मुसीबत तां मर्दां ते पैंदी रहिंदी आ, तभी ना तू दुनिया स्वाद लैंदी आ। नाले जेरे रस्ते ते तू तुरे हाँ, इत्थे बदनामी हाई रेट मिलूगी, नित कंट्रोवल सीक्रेट मिलूगी, धर्मां दे नाम ते डिबेट मिलूगी। सच बोलेगा तां मिलू 295, जे करेगा तरक्की पुत हेट मिलूगी। ब्राउन सरदार में आज हम आपको सैर करवाएंगे गांव सुग्गा की। ये सुग्गा गांव पट्टी तहसील का और तरनतारन के ज़िले का एक प्रमुख गांव है। लगभग 200 साल पुराना ये गांव है सुग्गा। और ये जो आप मेरे पीछे देख रहे हैं ये किला है। किला सरदार रतन सिंह ने बनाया था ये। और सरदार रतन सिंह जो थे वो महाराजा रणजीत सिंह के सरदार थे। और ये किला और एक बहुत बड़ा तालाब है यहाँ पर सुग्गा गांव में, और हम आपको वहाँ भी लेके चलेंगे, वो तालाब दिखाएंगे और ये किला दिखा रहे हैं आपको जो पीछे है। हम आपको ना सिर्फ ये किला और तालाब दिखाएंगे बल्कि यहाँ के लोगों से भी आपको मिलवाएंगे, और यहाँ की जो परंपराएं हैं, रीति रिवाज हैं और जो इनका कल्चर है, संस्कृति है, हम आपको वो सारा कुछ बताएंगे। ये सुग्गा नाम पिया जी बापू रतन सिंह ने ये बैंकों जो जगीर मिली महाराज रणजीत सिंह ने खुश होकर दी आ, ते जगीर दे के पिंड सुग्गे की जायदाद जी आ उन्होंने काफ़ी नाम दिता भी जाके घोड़े ते पैली वड़ ला जाके बैंके लागे। जदों घोड़े की पैली की वड़न की गल हुई तो लोग सारे आले पैदल जाते जिला अमृतसर महाराज रणजीत सिंह ने आख्या घोड़े ते बड़ी जायदाद वाली अं किते जावांगे। ਇਹਦੀ ਉਹਨਾਂ ਚੋਣ ਕੀਤੀ ਤੁਸੀਂ ਇਹਨਾਂ ਚੌਂ ਪਿੰਡਾਂ ਦੀ ਪੰਜਾਂ ਦੀ ਜਾਇਦਾਦ ਸੰਡੇ ਤੇ ਚੜ੍ਹ ਕੇ ਵੜ ਲਾ ਸਵੇਰ ਤੋਂ ਲੈ ਕੇ ਸ਼ਾਮ ਤੱਕ। ਬਾਕੀ ਜੋ ਕਿ 12 ਖੂਹ ਲਾਹੌਰ ਦਿੱਤੇ ਉਹਦੇ ਉੱਪਰ ਗੁਜਰਾਂ ਵਾਲੇ ਜ਼ਿਲ੍ਹੇ ਵਿੱਚ ਪਠਾਣਾ ਦੀ ਗੜੀ ਸਰਦਾਰ ਰਤਨ ਸਿੰਘ ਨੇ ਫਤਿਹ ਕੀਤੀ, ਤੋਪ ਦਾ ਮੂੰਹ ਪਾਇਆ ਤੇ ਉਹ ਕਿੱਲ ਖੁੱਭ ਕੇ ਉਹ ਗੁਜਰਾਂ ਵਾਲਾ ਜ਼ਿਲ੍ਹਾ ਸਰ ਕੀਤਾ। ਅਗਲੇ ਦਿਨ ਨਾਰਕਲੀ ਬਾਜ਼ਾਰ ਪਰੇਡ ਕੀਤੀ। ਪਰੇਡ 'ਚ ਮਹਾਰਾਜ ਰਣਜੀਤ ਸਿੰਘ ਨੇ ਖੁਸ਼ ਹੋ ਕੇ ਸਰਦਾਰ ਰਤਨ ਸਿੰਘ ਨੂੰ 900 ਕਿੱਲਾ ਪੈਲੀ ਗੁਜਰਾਂ ਵਾਲੇ ਜ਼ਿਲ੍ਹੇ 'ਚ ਦਿੱਤੀ, ਜੋ ਕਿ 12 ਖੂਹ ਲਾਹੌਰ, ਕੁਛ ਅੰਮ੍ਰਿਤਸਰ ਦਰਬਾਰ ਸਾਹਿਬ ਲਾਗੇ, ਬਾਕੀ ਸੁੱਗੇ ਪਿੰਡ ਦੇ ਵਿੱਚ ਸੰਡੇ ਤੇ ਚੜ੍ਹ ਕੇ ਜ਼ਮੀਨ ਬੜੀ, ਜੋ ਕਿ ਬਾਪੂ ਰਤਨ ਸਿੰਘ ਦੇ 8 ਪੁੱਤਰ ਸਨ। 8 ਪੁੱਤਰਾਂ ਦੇ ਇਹ ਉਹਨਾਂ ਨੂੰ ਜ਼ਮੀਨ ਕਿਉਂ ਦਿੱਤੀ ਮਹਾਰਾਜਾ ਰਣਜੀਤ ਸਿੰਘ ਨੇ? ਹਾਂ, ਉਹ ਇਸ ਕਰਕੇ ਦਿੱਤੀ ਕਿਉਂਕਿ ਜੰਗ ਲੱਗੀ ਪਠਾਣਾ ਨਾਲ ਮਹਾਰਾਜ ਰਣਜੀਤ ਸਿੰਘ ਦੀ ਫੌਜ ਦੀ। ਇਹ ਬਤੌਰ ਫੌਜ ਦੇ ਵਿੱਚ ਸਰਵਿਸ ਕਰਦੇ ਸੀ। ਇਹਨਾਂ ਗੁਜਰਾਂ ਵਾਲੇ ਜ਼ਿਲ੍ਹੇ ਦੇ ਵਿੱਚ ਹਮਲਾ ਕੀਤਾ ਜਦੋਂ ਪਠਾਣਾ ਦੀਆਂ ਗੜੀਆਂ ਤੇ ਉਹ ਤੋਪ ਦਾ ਪਹੀਆ ਟੁੱਟ ਗਿਆ, ਕਿਉਂਕਿ ਉਦੋਂ ਲੱਕੜ ਦੀਆਂ ਤੋਪਾਂ ਹੁੰਦੀਆਂ ਸਨ। ਉਹ ਪਹੀਆ ਟੁੱਟਣ ਦੇ ਉਹਨਾਂ ਕਿਹਾ ਕੋਈ ਜਵਾਨ ਉੱਠੇ ਜੋ ਉੱਠ ਕੇ ਤੋਪ ਦਾ ਮੂੰਹ ਨੂੰ ਪਵਾਵੇ ਤੇ ਆਪਾਂ ਸਰ ਕਰੀਏ ਏਰੀਆ। ਕਿਹੜਾ ਜਰਨੈਲ ਕਿਹੜਾ ਸੀ ਉਹਨਾਂ ਦਾ ਉਦੋਂ? ਰਤਨ ਸਿੰਘ ਦਾ ਉਹਨਾਂ ਦਾ ਜਰਨੈਲ ਸੀ ਸ਼ਾਮ ਸਿੰਘ ਟਾਰੀ, ਅੱਛਾ, ਦੇਸਾ ਸਿੰਘ ਮਜੀਠੀਆ ਤੇ ਸਰਦਾਰ ਹਰੀ ਸਿੰਘ ਨਲੂਆ। ਅੱਛਾ, ਇਹ ਮੁੱਖ ਜਰਨੈਲਾਂ ਦੀ ਕਮਾਂਡ ਹੇਠ ਕੰਮ ਚੱਲ ਰਿਹਾ ਸੀ, ਜੋ ਕਿ ਇਹਨਾਂ ਮੋਢਾ ਦੇ ਕੇ ਜਵਾਨ ਹੋਣ ਦੇ ਨਾਤੇ ਉਹ ਤੋਪ ਦਾ ਮੂੰਹ ਫਤਿਹ ਕਰਕੇ ਉਧਰ ਨੂੰ ਕਰਤਾ। ਉਹ ਏਰੀਆ ਸਰ ਕਰਕੇ ਜੋ ਕਿ ਬਾਪੂ ਜੀ ਫੱਟੜ ਹੋ ਕੇ ਮੋਢੇ 'ਚ ਕਿੱਲ ਖੁੱਭ ਗਏ। ਅੱਛਾ, ਉਹਦੇ ਅਗਲੇ ਦਿਨ ਬਾਪੂ ਰਤਨ ਸਿੰਘ ਨੇ ਬਾਪੂ ਮਹਾਰਾਜ ਰਣਜੀਤ ਸਿੰਘ ਨੇ ਸੱਦ ਕੇ ਨਾਰਕਲੀ ਬਾਜ਼ਾਰ ਪਰੇਡ ਦੇ ਵਿੱਚ ਉਹ ਜ਼ਖਮ ਵੇਖ ਕੇ ਖੁਸ਼ ਹੋ ਕੇ ਜਗੀਰ ਦਿੱਤੀ, ਜੋ ਕਿ ਸੁੱਗੇ ਪਿੰਡ ਵਿੱਚ ਮੌਜੂਦ ਆ। ਕੁਛ ਲਾਹੌਰ, ਕੁਛ ਰਤਨ ਸਿੰਘ ਗੁਜਰਾਤੀ ਦੀ ਗੁਜਰਾਂ ਵਾਲੇ ਜ਼ਿਲ੍ਹੇ 'ਚ ਰਹਿ ਗਈ ਹੈ, ਜੋ 900 ਕਿੱਲਾ, ਜੋ ਕਿ ਸਰਕਾਰ ਨੇ ਇਹਦੇ ਬਾਰੇ ਕੁਛ ਨਹੀਂ ਕੀਤਾ। ਤੇ ਜਿਹੜੀ ਸੁੱਗਾ ਨਾਂ ਫਿਰ ਕਿੱਦਾਂ ਰੱਖਿਆ ਪਿੰਡ ਦਾ? ਸੁੱਗਾ ਪਿੰਡ ਦਾ ਨਾਂ ਇਹ ਕਰਕੇ ਰੱਖਿਆ ਮਤਲਬ ਬੇਸਿਕਲੀ ਉਹ ਬੈਂਕੇ ਦੇ ਹੀ ਹੀ ਸਰਦਾਰ ਰਤਨ ਸਿੰਘ ਨੇ ਆਖਿਆ, ਮਹਾਰਾਜ ਰਣਜੀਤ ਸਿੰਘ ਨੇ ਆਖਿਆ रतन सिंह जी तुम अपना पिंड जाके वसाओ, किले माड़ियाँ करो तैयार,
ਜੋ ਕਿ 29 ਸਾਲ ਪਿੰਡ ਦੀ ਸੇਵਾ ਲੱਗੀ ਰਹੀ, ਹੂੰ ਜੋ ਕਿ ਮਹਿਲ ਬਣੇ, ਬਾਗ ਬਣਿਆ, ਤਾਲ ਬਣਿਆ ਹੂੰ ਤੇ ਬਾਪੂ ਜੀ ਮਰ ਗਏ। ਹੂੰ ਉਹ ਤਾਲ ਦਾ ਉਤਲਾ ਪੌੜ ਬਣਾਉਣ ਤੇ ਸਾਡੀ ਭੂਆ ਤਾਬੀ ਕੌਰ ਨੇ, ਜੋ ਕਿ ਸ਼ਾਮ ਸਿੰਘ ਟਾਰੀ ਵਾਲੇ ਦੀ ਨੂੰਹ ਹੈ, ਅੱਛਾ ਉਹਨਾਂ 18,000 ਰੁਪਇਆ ਲਾ ਕੇ ਹੂੰ ਉਤਲਾ ਪੌੜ ਬਣਾਇਆ। ਅੱਛਾ ਤੇ ਇਹ ਸਾਰੀ ਤਿਆਰੀ ਕਰਨ ਤੇ ਮੁੜ ਕੇ ਪਿੰਡ ਦਾ ਨਾਂ ਰੱਖਣ ਤੇ ਹੂੰ ਇਹਨਾਂ ਵਿਚਾਰ ਕੀਤੀ ਜਨ ਇਹਨਾਂ ਨਾਲ ਪਿੰਡ ਦਾ ਨਾਂ ਕੀ ਰੱਖਿਆ ਜਾਵੇ। ਹੂੰ ਫਿਰ ਬਾਪੂ ਜੀ ਨੇ, ਬਾਬਾ ਬੁੱਢਾ ਜੀ ਇਤਿਹਾਸੀ ਗੁਰਮੁਖ ਸਿੱਖ ਸਨ, ਹੂੰ ਜੋ ਕਿ 6 ਪਾਤਸ਼ਾਹਾਂ ਨੂੰ ਤਿਲਕ ਦਿੱਤਾ ਉਹਨਾਂ ਨੇ। ਹੂੰ ਉਹਨਾਂ ਦੇ ਪਿਤਾ ਦਾ ਨਾਂ ਸੀ ਸੁੱਗਾ ਰੰਧਾਵਾ, ਹੂੰ ਉਹਦੇ ਨਾਂ ਤੇ ਪਿੰਡ ਸੁੱਗੇ ਦਾ ਨਾਂ ਸੁੱਗਾ ਰੱਖਿਆ ਗਿਆ। ਹੂੰ ਨਗਰ ਜਿਹੜਾ ਸਰਦਾਰਾਂ ਦਾ ਪਿੰਡ ਵਜਦਾ। ਸਰਦਾਰ ਜਿਹੜੇ ਲੋਕ ਉਹ ਬਾਹਰੋਂ ਵਸਾ ਕੇ ਵੱਡੇ ਸਰਦਾਰ ਨੇ ਇੱਥੇ ਲੋਕ ਵਸਾਏ ਆ ਹੂੰ ਤੇ ਬਹੁਤ ਬੀਬੇ ਬੰਦੇ ਆ ਸਰਪ੍ਰੀਤ ਹੋਇਆ, ਸਰਬਿੰਦਰ ਸਿੰਘ ਹੋਇਆ, ਸੁਖਵਿੰਦਰ ਬਿੱਟੂ, ਇਹ ਸਭ ਸਰਦਾਰ ਵਜਦੇ ਆ ਜੀ। ਹੂੰ ਤੇ ਬਹੁਤ ਚੰਗੇ ਲੋਕ ਪਿੰਡ ਦੇ ਭਲਾਈ ਦਾ ਕੰਮ ਕਰ ਰਹੇ ਆ, ਬਹੁਤ ਵਧੀਆ। ਸਰਪ੍ਰੀਤ ਨੇ ਵੀ ਬਹੁਤ ਵਧੀਆ ਕੰਮ ਕੀਤਾ, ਗੁਰਦੁਆਰੇ ਜਗ੍ਹਾ ਦੇ ਦਿੱਤੀ ਗੁਰਦੁਆਰੇ ਨੂੰ, ਤੇ ਨਾਲ 2.5 ਕਨਾਲ ਜ਼ਮੀਨ ਦਿੱਤੀ ਆ, ਨਾਲ ਗੁਰਦੁਆਰਾ ਵੀ 2-2.5 ਲੱਖ ਰੁਪਏ ਦੇ ਦਿੱਤਾ, ਤੇ ਬਹੁਤ ਚੰਗੇ ਕੰਮ ਕੀਤੇ ਉਹਨੇ ਵੀ। ਤੇ ਸਰਬਿੰਦਰ ਸਿੰਘ ਵੀ ਹੁਣ ਕਰ ਰਹੇ ਆ। ਹੋਰ ਪਿੰਡ ਦੇ ਜਿਹੜੇ ਸਾਰੇ ਸਰਦਾਰ ਲੋਕ ਆ, ਚੰਗੇ ਇੱਤ ਵਾਲੇ ਲੋਕ ਆ। ਗੁਰਪ੍ਰਤਾਪ ਸਿੰਘ ਆ, ਉਹਨੇ ਪਿੰਡ ਦਾ ਚੰਗਾ ਰੋਸ਼ਨ ਨਾਮ ਕੀਤਾ ਜੀ। ਢਾਡੀ ਸਿੰਘ ਆ, ਉਹ ਜਾਂਦਾ ਬਾਹਰਲੇ ਪਿੰਡਾਂ 'ਚ, ਬਾਹਰਲੇ ਸ਼ਹਿਰਾਂ 'ਚ, ਉਹਨੇ ਸੁੱਗੇ ਦਾ ਨਾਂ ਰੋਸ਼ਨ ਕਰ ਦਿੱਤਾ। ਹਰਦਿਆਲ ਸਿੰਘ ਆ, ਰਣਜੀਤ ਸਿੰਘ, ਇਹ ਕਮੈਂਟਰੀ ਕਰਦੇ ਆ। ਅੱਛਾ ਹਾਂ, ਗੁਰਵਿੰਦਰ ਇੱਕ ਉਹ ਵੀ ਕਮੈਂਟਰੀ ਕਰਦਾ ਮੁੰਡਾ। ਅੱਛਾ ਹਾਂ, ਮਿਸਤਰੀਆਂ ਸਿੰਘਾਂ ਦਾ। ਹੂੰ ਤੇ ਚੰਗੇ ਲੋਕ ਆ, ਚੰਗੇ ਮਾੜੇ ਲੋਕ ਨਹੀਂ ਕੋਈ ਇਹੋ ਜਿਹੇ, ਚੰਗੇ ਪ੍ਰੇਰਨਾ ਦੇਣ ਵਾਲੇ, ਚੰਗੇ ਕੰਮ ਕਰਨ ਵਾਲੇ ਆ। ਹਾਂ, ਪੜ੍ਹਾਈ ਦੇ ਕੰਮ ਕਰਦੇ ਆ। ਹੋਰ ਵੀ ਆਪਣਾ ਭਾਈ ਹਰਦਿਆਲ ਸਿੰਘ ਗਰੀਬਾਂ ਦੀ ਮਦਦ ਕਰਦਾ। ਹੂੰ ਆਪਣੇ ਸਰਬਿੰਦਰ ਸਿੰਘ ਹੋਇਆ, ਸੁਖਵਿੰਦਰ ਸਿੰਘ ਹੋਇਆ, ਸਭ ਭਲੇ ਦੇ ਕੰਮ ਕਰਨ ਵਾਲੇ। ਕੋਈ ਸਾਡੇ ਨਗਰ 'ਚ ਲੜਾਈ ਝਗੜਾ ਨਹੀਂ ਹੁੰਦਾ। ਭਗਵੰਤ ਸਿੰਘ ਵੀ ਬਹੁਤ ਨੇਕ ਬੰਦਾ, ਉਹਨੇ ਗੁਰਦੁਆਰੇ ਨੂੰ ਬਹੁਤ ਦਾਨ ਪੱਤਰ ਦਿੱਤਾ, ਉਹਦੇ ਬੱਚੇ ਬਾਹਰ ਗਏ ਆ, ਚੰਗਾ ਸਰਮਾਇਆਦਾਰ ਬੰਦਾ ਉਹ ਵੀ। ਆਪਣੇ ਸਰਦਾਰ ਹਰਿੰਦਰ ਸਿੰਘ ਆ ਲਾਗੇ ਸਾਡੇ ਘਰ ਆ, ਹਾਂਜੀ ਇਹ ਹੁਣ ਸ਼ਹਿਰ ਚਲੇ ਗਏ ਆ, ਇਹ ਵੀ ਬੰਦੇ ਚੰਗੇ ਆ। ਹਾਂ, ਪਿੰਡ ਦਾ ਬਹੁਤ ਇਹਨਾਂ ਵੀ ਸਵਾਰਿਆ, ਆਰਡਰ ਡਿਸਪੈਂਸਰੀ ਹੋਰ ਸਾਰੇ ਕੰਮ ਇਹਨਾਂ ਕੀਤੇ ਸੀ। ਜਿਹੜੇ ਚੰਗੇ ਲੋਕ ਸਰਦਾਰ ਹੀ ਭੇਜਿਆ, ਤੇ ਸਰਦਾਰ ਹੋਣ ਦੇ ਨਾਤੇ ਸੁੱਗਾ ਸਰਦਾਰਾਂ ਦਾ ਵੱਜਦਾ ਹੈ ਪਿੰਡ ਹੀ। ਆਪਣੇ ਇੱਥੇ ਮਹਿਲ ਹੀ ਪੁਰਾਣੇ, ਉਹ ਹੁਣ ਟੈਟੂ ਗਏ, ਹਾਂਜੀ ਉਹ ਬਹੁਤ ਮਹਾਰਾਜ ਅਜੀਤ ਸਿੰਘ ਦੇ ਵੇਲੇ ਦੇ, ਹਾਂਜੀ ਉਹਨਾਂ ਦੇ ਟਾਈਮ ਦੇ। ਸਰਦਾਰ ਰਤਨ ਸਿੰਘ ਹੋਇਆ ਪਿੰਡ ਦਾ ਮਾਨ, ਉਹਨਾਂ ਦੀ ਇਹ ਯਾਦ ਹੈ ਸਾਰੀ। ਹਾਂ, ਬਹੁਤ ਚੰਗੇ ਲੋਕ ਆ ਬੰਦੇ। ਬਹੁਤ ਵੱਡੇ ਮਹਿਲ ਸੀ ਉਹ। ਹਾਂ ਉਹ ਫਿਰ ਇੱਥੇ ਹੈਗੀ ਉਹਨਾਂ ਦੀ ਡਿਓੜੀ ਬੜੀ ਵੱਡੀ, ਹੂੰ ਤੇ ਬਹੁਤ ਜ਼ਿਆਦਾ ਦਲਦਲ ਸੀਗੇ। ਹੂੰ ਆਹ ਬੇਰੀ ਉਹਨਾਂ ਦੀ 400 ਸਾਲ ਦੀ ਆ। ਆੜੀ ਬੇਰੀ ਆ ਅੱਛਾ, ਇਹ ਉਦੋਂ ਹੈਗੀ। ਉਦੋਂ ਹੈਗੀ ਸੀ, ਇੱਥੇ ਪੌੜੀਆਂ ਸੀ, ਹੂੰ ਤੇ ਇਸ ਤਰ੍ਹਾਂ ਹੀ ਰਹੀ ਹੈ। ਤੇ ਇਸ ਤਰ੍ਹਾਂ ਮੁੱਕੇ ਜਦੋਂ ਆ ਢੱਟ ਉੱਠ ਗਿਆ, ਉਹਨਾਂ ਢਾਲੇ ਆਪ ਹੀ ਸਰਦਾਰਾਂ ਨੇ, ਹਾਂ ਤੇ ਇਹ ਫਿਰ ਇਸ ਤਰ੍ਹਾਂ ਫੁੱਟੀ ਰਹੀ। ਇਹ ਉਹ ਬਾਬੇ ਲੈ ਗਏ, ਆਹ ਬਾਬੇ ਲੈ ਗਏ। ਡਿੱਗਣਾ ਸ਼ੁਰੂ ਹੋ ਗਿਆ ਤੇ ਬਾਬੇ ਲੈ ਗਏ। ਹਾਂਜੀ, ਬਹੁਤ ਵੱਡਾ ਇਹ ਵੇਖਣਾ ਸੀ। ਹੂੰ ਇਹ ਸਾਡੇ ਪਿੰਡ ਦਾ ਸਰਦਾਰ ਸੀ ਇੱਕ, ਉਹਦਾ ਸੀ ਇਹ ਪਾਕਿਸਤਾਨ ਦੇ ਵਿੱਚ ਪਤਾ ਨਹੀਂ ਕਿਹੜਾ ਪਿੰਡ ਸੀ, ਉੱਥੋਂ ਦਾ ਸੀ ਇਹ ਆਪਣਾ। ਇਹ ਜਿਹੜਾ ਬਣਿਆ ਦਲਦਲਾ ਹੂੰ ਮਹਿਲ ਜਿਹੜੇ ਉਹਨਾਂ ਬਣਾਏ। ਉਹਨਾਂ ਨੇ ਬਣਾਏ। ਹਾਂ, ਤੇ 7 ਭਰਾ ਸੀ ਸਾਡੇ ਸਰਦਾਰ ਆ। ਹਾਂ 3 ਕੇ ਫਤਿਹ ਖੋਲੇ, ਤੁਸੀਂ ਜਾਣਦੇ ਹੋ ਹਾਂ ਫਤਿਹ ਖੋਲਾ, ਹਾਂ ਤੇ 4 ਇੱਥੋਂ। ਹਾਂ ਜ਼ਮੀਨ ਇਹਨਾਂ ਦੀ ਬਹੁਤ ਜ਼ਿਆਦਾ ਸੀ, ਹਾਂਜੀ ਹੂੰ ਤੇ ਇਹ 4 ਦੀ ਵਸਨੀਕ ਇੱਥੇ ਆ। ਇੱਕ ਉਹ ਕੋਠੀ ਇੱਥੇ ਬਾਹਰ, ਹਾਂ ਤੇ ਇੱਕ ਆ ਪਾਲੇ ਬਨੇ ਇੱਥੇ ਭਗਵੰਤ ਸੋਹਣੀ ਕੌਣ ਸੋਹਣੀ। ਤੇ ਲਖਵਿੰਦਰ ਸੋਹਣੀ, ਆਹੋ, ਹੈਨਾ, ਇਹ ਉਹਨਾਂ ਚੋਂ। ਤੇ ਆਹ ਮਹਿਲ ਜਿਹੜੇ ਆਹ ਕੋਠੀ ਜਿਹੜੀ, ਅੱਛਾ ਇਹ ਵੀ ਉਹਨਾਂ ਚੋਂ। ਅੱਛਾ, ਇਹ ਵੀ ਉਹਨਾਂ ਦੇ। ਹਾਂ, ਹੂੰ ਇੱਥੇ ਰਹਿੰਦੇ ਆ। ਆਹੋ ਰਹਿੰਦੇ ਯਾਰ, ਮੁੰਡਾ ਰਹਿੰਦਾ, ਤੇ ਇੱਕ ਉਹ 2 ਮਾਸਟਰ ਨੂੰ ਜਾਣਦੇ ਸਰ। ਮਾਸਟਰ ਹੁਣੀ, ਸਰਬਿੰਦਰ ਹੁਣੀ। ਆਹੋ, ਹਾਂ ਉਹ 3 ਭਰਾ, 3-4 ਭਰਾ ਨੇ। ਆਹ ਉਹ ਇੱਟ ਪਈ ਹੈ ਅਜੇ ਵੀ ਨਿੱਕੀ ਨਿੱਕੀ। ਹਾਂਜੀ, ਆ ਨਿੱਕੀ ਇੱਟ ਉਹਦੀ ਪਈ ਹੈ ਕਿ ਆਹ ਨਿੱਕੀ? ਜਿਹੜੀ ਆ ਨਿੱਕੀ ਉਹਦੇ ਬੋਣੇ ਹੀ ਬਣੇ ਸੀ। ਇਹ ਜਿਹੜੀ ਉਹ ਬੂਹਿਆਂ ਵਾਲੀ। ਇੱਥੇ ਇੱਥੇ ਜੋੜੀ ਬਹੁਤ ਵੱਡੀ, ਹੂੰ ਤੇ ਉੱਥੇ ਖੂਹੀ ਸੀ। ਅੱਛਾ ਉੱਥੇ ਖੂਹੀ ਸੀ, ਤੇ ਬਰਾਂਡਾ ਬਹੁਤ ਵੱਡਾ। ਹਾਂ
3 ਪੌੜੀਆਂ ਹੈਗੀਆਂ, ਹੂੰ ਇੱਕ ਉਹ ਪੌੜੀ ਸੀ, ਹੂੰ ਇੱਕ ਉਹ ਪੌੜੀ ਸੀ, ਤੇ ਇੱਕ ਉਹ ਪਰਲੇ ਬਨੇ। ਹੁਣ ਉਹਦਾ ਕੋਈ ਨਾਂ ਨਿਸ਼ਾਨ ਨਹੀਂ ਰਿਹਾ। ਨਹੀਂ ਇੱਥੇ ਨਾਂ ਸ਼ਾਨ ਕੋਈ ਨਹੀਂ, ਸਾਰਾ ਇਹਨਾਂ ਨੂੰ ਦੇਖ ਪਣ ਲੱਗੇ ਸੀ ਸਾਰੇ ਢਾਹ ਢੂ ਕੇ ਠਾਂ ਮਾਰੇ, ਗੁਰਦੁਆਰੇ ਬਾਬੇ ਲੱਗੇ ਬਾਬੇ ਅੰਦਰ ਤੇ ਇਹ ਭਗਵੰਤ ਸਿੰਘ ਜਿਹੜੇ ਉੱਥੇ ਚਲ ਗਏ, ਹਾਂ ਉੱਥੇ ਉੱਥੇ ਉਹਨਾਂ ਦੀ ਲਾਜ ਗਈ। ਹੂੰ ਹੋਰ ਹਾਂ ਠੀਕ ਆ। ਤੇ ਉਹ ਬੇਰੀ ਵੇਖ ਲਾ ਮੈਂ, ਹੈ ਨਾ। ਆਹ ਬੇਰੀ ਹੂੰ ਇਹ 400 ਸਾਲ ਪੁਰਾਣੀ ਆ। ਆਹੋ ਜੀ, ਇਹ ਜਦੋਂ ਦਾ ਇਹ ਮਹਿਲ ਬਣਿਆ, ਹੂੰ ਜਦੋਂ ਵੇਖਣ ਲੱਗੇ ਜੇ ਹੂੰ ਉਦੋਂ ਛੋਟੀ ਜਿਹੀ ਸੀ, ਏਦਾਂ ਲੱਕੜ ਜਿਹੀ ਸੀ। ਹਾਂ ਹੁਣ ਤੇ ਉਹ ਤਾਂ ਬਣੀ ਆ ਨਾ, ਹੂੰ ਹੂੰ ਆਹ ਬੇਰੀ ਇਹੋ ਲੱਕੜ ਏਦਾਂ ਗਾਂ ਸੀ। ਹੂੰ ਇਹਨੂੰ ਆ ਮਾੜੇ ਮੋੜ ਬੇਰ ਲੱਗਦੇ ਸੀ ਸਾਡੇ, ਆਹ ਮੁੜ ਕੇ ਉਹ ਇਤਨਾ ਹੀ ਹੋ ਗਈ। ਤੇ ਇੱਥੇ ਪੌੜੀਆਂ ਸੀ ਆ ਜਿਹੜੀਆਂ, ਹਾਂ ਪੌੜੀਆਂ ਇੱਥੇ ਹਾਂ ਫੈਸਲਾ ਦਲ ਵਾਲੇ ਹਾਂ ਆ ਗਏ ਸਾਂ। ਉਹ ਸਦਾ ਕਰ ਮੈਂ ਹੂੰ ਉਹ ਛੱਡ ਆ ਜਿਹੜਾ ਪਿਆ ਜਾ। ਆਹੋ ਤੇ ਐਂ ਜੀ ਆ ਜੀ ਗਲੀ ਜਾਂਦੀ ਆ, ਹਾਂ ਇਹ ਸਾਰੇ। ਹੂੰ ਸਾਰਾ ਮਾਲੀ ਹੀ ਕੇ। ਆਹੋ ਇਹ ਮਾਲ ਸੀ, ਬਹੁਤ ਵੱਡੇ ਮਾਲ ਸੀ, ਵੇਖਣ ਆਉਂਦੇ। ਹੂੰ ਇਹ ਸਾਡੇ ਹੁੰਦਿਆਂ ਤਾਂ ਹੈਗਾ, ਹੂੰ ਮੈਨੂੰ ਸਾਰਾ 20 ਸਾਲ ਹੋ ਗਏ। ਹਾਂ ਤੇ ਪਿੰਡ ਸੁੱਗੇ ਦੇ ਵਿੱਚ ਸਾਡੇ ਮਹਿਲ ਸੀ, ਉਹ ਕਿਸੇ ਕਾਰਨ ਕਰਕੇ ਸਾਨੂੰ ਮੁਸ਼ਕਲ ਕਰਕੇ ਘਰੋਂ ਬਾਹਰ ਰਹਿਣਾ ਪਿਆ, ਜੋ ਕਿ ਉਹਦੀ ਸੇਵਾ ਸੰਭਾਲ ਨਾ ਹੋ ਸਕੀ। ਉਹ ਢਾਉਣੇ ਪਏ, ਜੋ ਕਿ ਇਸ ਵੇਲੇ ਕੁਛ ਆਜ਼ਾਦਾਂ ਮੌਜੂਦ ਆ, ਜਿਸ ਦੇ ਵਿੱਚ ਬਾਗ ਸੀ ਬਾਪੂ ਰਤਨ ਸਿੰਘ, ਜਿੱਥੇ ਅਦਾਲਤ ਕਰਦਾ ਰਿਹਾ, ਜੋ ਕਿ ਬਤੌਰ ਜੱਜ ਸੀ। ਅੱਛਾ ਤੇ ਇਸ ਪਿੰਡ ਦਾ ਪਾਣੀ ਮਹਾਰਾਜਾ ਰਣਜੀਤ ਸਿੰਘ ਦੇ ਪੀਣ ਲਈ ਲਾਹੌਰ ਜਾਂਦਾ ਰਿਹਾ, ਜੋ ਕਿ ਸ਼ੇਰੇ ਪੰਜਾਬ ਇੱਥੋਂ ਦਾ ਪਾਣੀ ਪੀਂਦਾ ਰਿਹਾ, ਔਰ 12 ਮਿਸਲਾਂ ਦਾ ਮਾਲੀਆ ਸੁੱਗਿਓਂ ਲਾਹੌਰ ਜਾਂਦਾ ਰਿਹਾ। ਬਾਪੂ ਜੀ ਜੱਜ ਵੀ ਸਨ। ਅੱਛਾ ਅੱਛਾ ਮੈਂ ਸੁਣਿਆ ਇੱਥੇ ਅਦਾਲਤ ਵੀ ਉਹਦੀ ਵੀ ਹਾਂ, ਹੈਗੀ ਜਿੱਥੇ ਆਪਾਂ ਸੀ। ਬੈਠੇ ਅਦਾਲਤ ਆ। ਅੱਛਾ ਇੱਥੇ ਅਦਾਲਤ ਸੀ। ਹਾਂ ਉੱਥੇ ਅੱਛਾ ਹੁਣ ਕੁਛ ਹੈਗਾ ਅਦਾਲਤ ਆਹ ਉਹ ਬੂਹਾ ਹੈਗਾ ਜੇ ਇੱਥੇ ਆਉਂਦੇ, ਆਵੇ ਨਿੱਕ ਚੂਨੇ ਦਾ ਬਣਿਆ, ਆ ਗੇਟ ਦੇ ਅਗਲੇ ਬੰਨੇ। ਆਹ ਜਿਹੜਾ ਗੇਟ ਆ। ਨਹੀਂ ਆ ਇੱਥੇ ਵੱਖਰਾ, ਇੱਥੇ ਜੱਜ ਤੌਰ ਤੇ ਅਦਾਲਤ ਕਰਦੇ ਸੀ। ਇਹ ਗੇਟ ਥੋੜੀ ਮਹਿਲਾ ਕੋਲ ਅੰਦਰੋਂ ਤੇ ਇਹ ਬਾਗ ਦੇ ਵਿੱਚ। ਹੂੰ ਆ ਬਾਗ ਹੀ ਸੀਗਾ। ਇਹ ਬਾਗ ਤੇ ਅਦਾਲਤ ਕਰਦੇ ਸੀ ਬਾਪੂ ਜੀ ਨਹੀਂ, ਅੱਛਾ ਜੋ ਕਿ ਕੇ ਟਾਈਮ ਤੇ ਹਰੀ ਸਿੰਘ ਨਲੂਆ 2 ਤਰੀਕਾ ਸੁਗੇ ਭੁਗਤਣ ਆਉਂਦਾ ਰਿਹਾ। ਹਾਂ ਹਰੀ ਸਿੰਘ ਨਲੂਆ। ਹਾਂ ਅੱਛਾ ਇੱਥੇ ਬਾਪੂ ਰਤਨ ਸਿੰਘ ਦੇ ਕੇਸ ਲੱਗਾ ਹੈ ਉਹਨਾਂ ਦਾ, ਹੂੰ ਉਹ ਉਦੋਂ ਫਿਰ ਤਰੀਕਾ ਭੁਗਤਣਾ ਜਾਂਦਾ ਰਿਹਾ। ਤੇ ਆਪਣਾ ਬਾਪੂ ਰਤਨ ਸਿੰਘ ਨੂੰ ਹਰੀ ਸਿੰਘ ਨਲੂਆ ਦਾ ਰਤਨ ਸਿੰਘ ਹਾਲਾਤ ਬੜੇ ਉਧਰੋਂ ਗੁਜਰਾਂ ਵਾਲੇ ਜਿਹਦੇ 'ਚ ਪਠਾਣਾ ਦੇ ਮਾੜੇ ਆ, ਹੂੰ ਤੇ ਮੈਨੂੰ ਫੈਸਲਾ ਕਰਦੇ ਬਾਪੂ ਜੀ ਨੇ 5 ਹਾਥੀ ਤੇ 5000 ਵਿਦਾਇਗੀ ਦੇ ਕੇ ਤੇ ਨਲੂਏ ਨੂੰ ਵਿਦਾ ਕੀਤਾ। ਤੇ ਦੂਸਰੇ ਤਰੀਕੇ ਫੈਸਲਾ ਕਰਤਾ ਰਤਨ ਸਿੰਘ ਨੇ, ਹੂੰ ਜੋ ਕਿ ਸਿੱਖ ਰਾਜ ਦਾ ਅਹਿਮ ਸਰਦਾਰ ਸੀ। ਹੂੰ ਜਿਹੜੀ ਹਰੀ ਸਿੰਘ ਨਲੂਆ ਕਹਿੰਦੇ ਇੱਥੇ ਅਦਾਲਤ ਚ ਆਉਂਦੇ ਹੁੰਦੇ ਤਰੀਕ ਭੁਗਤਣ, ਉਹ ਕਾਹਦੀ ਤਰੀਕ ਹੈ? ਉਹ ਤਰੀਕ ਇਹ ਵੀ ਸ਼ੇਰੇ ਪੰਜਾਬ ਦੇ ਰਾਜ ਵਿੱਚ ਬਾਪੂ ਜੀ ਨੂੰ ਜੱਜ ਬਣਾਤਾ। ਹਾਂ ਜੱਜ ਬਣਾਉਣ ਦੇ ਜੱਜ ਦੀ ਪਾਵਰ ਦੇਤੀ ਮਹਾਰਾਜਾ ਰਣਜੀਤ ਸਿੰਘ ਨੇ। ਇਹ ਅਦਾਲਤ ਕਰ ਲਾ ਪਏ ਤੇ ਕਿਸੇ ਖੱਤਰੀ ਦੇ ਪੈਸੇ ਸਰਦਾਰ ਰਣਜੀਤ ਸਿੰਘ ਨਲੂਏ ਦੇ ਪਿਓ ਨੇ ਦੇਣੇ ਸੀ। ਅੱਛਾ ਉਹ ਖੱਤਰੀ ਮੰਗਦਾ ਰਿਹਾ, ਪੈਸੇ ਨਹੀਂ ਦਿੰਦਾ। ਹਾਂ ਉਹਨੂੰ ਲੋਕਾਂ ਨੇ ਆਖਿਆ ਵੀ ਸੁੱਗੇ ਵਾਲੇ ਸਰਦਾਰ ਰਤਨ ਸਿੰਘ ਕੋ ਕੇਸ ਲਾ, ਉਹ ਦਵਾਊ। ਉਹ ਜੋ ਕੇਸ ਲਾਤਾ ਤੇ ਬਾਪੂ ਰਤਨ ਸਿੰਘ ਨੇ ਸਰਦਾਰ ਹਰੀ ਸਿੰਘ ਨਲੂਏ ਨੂੰ ਸੰਮਣ ਘੱਲੇ ਤੇ ਤਰੀਕ ਭੁਗਤ ਇੱਥੇ ਆ ਗਏ। ਹਰੀ ਸਿੰਘ ਨਲੂਆ ਤਰੀਕ ਭੁਗਤਣ ਆਇਆ ਤੇ ਉਹਨੇ ਆਖਿਆ 10 ਰਤਨ ਸਿੰਘ, ਉਹਨੇ ਦੱਸਣਾ ਕਿ ਤੇਰਾ ਪਿਓ ਪੈਸੇ ਨਹੀਂ ਦਿੰਦਾ, ਪੈਸੇ ਦਿਓ। ਉਹ ਆਂਦੇ ਵੀ ਰਤਨ ਸਿੰਘ ਇਹ ਬੜਾ ਮੇਰੇ ਤੋਂ ਹਾਲਾਤ ਬੜੇ ਖਰਾਬ, ਪਠਾਨ ਖਰਾਬ ਕਰਦੇ ਆ। ਉਹ ਆਂਦੇ ਪਠਾਨ ਖਰਾਬ ਕਰੇ ਨਾ ਕਰੇ, ਮੈਂ ਤਾਂ ਨਿਆਂ ਕਰਨਾ। ਚਲੋ ਤਰੀਕ ਭੁਗਤ ਗਏ। ਬਾਪੂ ਜੀ ਨੇ 5 ਘੋੜੇ 5000 ਰੁਪਇਆ ਨਗਦ ਵਿਦਾਇਗੀ ਦੇ ਕੇ ਵਿਦਾ ਕੀਤਾ। ਫਿਰ ਤਰੀਕ ਭੁਗਤੀ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ, ਉਹਨਾਂ ਸ਼ਾਹੀ ਖਜ਼ਾਨੇ 'ਚੋਂ ਪੈਸੇ ਦੇ ਕੇ ਤੇ ਰਤਨ ਸਿੰਘ ਦਾ ਫੈਸਲਾ ਕਰਾਇਆ, ਜੋ ਕਿ ਨਲੂਏ ਸਰਦਾਰ ਦੀਆਂ 2 ਤਰੀਕਾਂ ਸੁੱਗੇ ਹੋਏ ਪਈਆਂ। ਪਾਕਿਸਤਾਨ ਚ ਚੱਠਿਆਂ ਵਾਲਾ ਪਿੰਡ। ਹਾਂ ਤੇ ਮੁੜ ਕੇ ਚਾਹ ਸੁੱਗੇ ਸੀ, ਜੋ ਪਾਤਾ ਬਣ ਗਿਆ। ਹਾਂ ਫਿਰ ਤਾਂ ਉੱਤੇ ਆਉਣਾ, ਬਿਲਡਿੰਗ ਲਾਉਣੇ ਹੈ ਤੇ ਮੱਥਿਆ ਨਾ ਹੋਣੀ ਚਾਹੀਏ। ਦਿਹਾੜੀ ਦੋ ਰਹਿ ਨਾ, ਜੇ ਦਿਹਾੜੀ ਦੋ ਤੇ ਰਹਿ ਪਣਾ ਕਿੱਥੇ। ਤੇ ਮੁੜ ਕੇ ਪਾਕਿਸਤਾਨ ਬਣ ਗਿਆ। ਫਿਰ ਅਸੀਂ ਇੱਥੇ ਆਣ ਕੇ ਫਿਰ ਵਾਹੀਆਂ ਹੈਂ ਚੱਠਿਆਂ ਵਾਲੇ ਤੋਂ ਤੁਸੀਂ ਤੁਰ ਕੇ ਆਉਂਦੇ ਹੁੰਦੇ ਸੀ ਤਰਨਤਾਰਨ? ਤੁਰ ਕੇ ਮੱਸਿਆ। ਤੁਰ ਕੇ ਆਉਣਾ, ਤੁਰ ਕੇ ਜਾਣਾ। ਅੱਛਾ ਇੱਕ ਰਾਤ ਨਾਲ ਸੁੱਗੇ ਚੱਠਿਆਂ ਤੁਰ ਕੇ ਨਾ, ਹਾਂ ਆਲਾ ਪਿੱਛਣ ਸਾਰਾ ਵਿਹਲਾ ਸੀ। ਹੂੰ ਇੱਥੇ ਕੋਈ ਸਭ ਰੋਡ ਪਈ ਹੁੰਦੀ ਸੀ। ਅੱਛਾ ਜਿਹੜਾ ਚੌਂਕ ਹੈ ਨਾ, ਹਾਂ ਇੱਥੇ ਇੱਕ ਮਹਿਰਾ ਪਾਣੀ ਪਿਆਉਂਦਾ ਸੀ ਹਾਂ ਘੜੇ ਦੇ। ਅੱਛਾ ਤੇ ਉਹ ਪਾਣੀ ਪੀ ਕੇ ਸ਼ਾਮ ਕੇ ਕਰਾਉਣੀ ਨਹੀਂ, ਸ਼ਾਮ ਬਹਿ ਜਾਣਾ। ਹਾਂ ਮੁੜ ਕੇ ਫਿਰ ਇੱਥੇ ਸੁੱਗਿਆ ਨਾ ਰਾਤ। ਹਾਂ ਤੇ ਸੁੱਗਿਆ ਫਿਰ ਆਣ ਕੇ ਤਰਨ ਤੁਰ ਕੇ ਐ ਭੂਰਿਆਂ ਗਾੜਾ ਵਿਛਾੜੇ ਨੂੰ ਗਾਹ ਨਿਕਲ ਜਾਣਾ, ਤੁਰ ਕੇ ਸਾਰੇ ਕੱਚੇ ਰਾਹ। ਹੂੰ ਫਿਰ ਮੱਥਿਆਂ ਦਾ ਹੈਗਾ ਉੱਥੇ ਦੀਵਾਨ ਦੂਨ ਸੁਣਦੇ ਰਹਿਣਾ। ਹੂੰ ਤੇ ਮੁੜ ਕੇ ਦਿਨੇ ਫਿਰ ਆਦਨ ਫਿਰ ਸੁੱਗੇ। ਕਿੰਨੀ ਕੁ ਉਮਰ ਹੁੰਦੀ ਸੀ ਤੁਹਾਡੀ? ਉਹ 9 ਸਾਲਾਂ ਦੇ ਹੈਗੇ। ਅੱਛਾ ਹਾਂ
ਤੇ ਜਦੋਂ ਆਜ਼ਾਦੀ ਮਿਲ ਗਈ, ਵੰਡਿਆ ਗਿਆ ਪੰਜਾਬ ਵੰਡਿਆ ਗਿਆ, ਫਿਰ ਉਹਦੇ ਬਸ ਜਾਂਦੀ, ਉਹਦੇ ਵੰਡਿਆ ਗਿਆ। ਹਾਂ ਛੱਡਿਆ 19 ਸਾਲ ਦਾ ਸੀ ਨਾ, ਪਹਿਲਾਂ ਛੋਟੇ ਛੋਟੇ ਮੁੜ ਕੇ ਅਸੀਂ, ਤੇ ਜੇ ਅਸੀਂ ਚੱਲ ਗਏ ਲਾਹੌਰ ਵਿਆਹ, ਹਾਂ ਲਾਹੌਰੋਂ ਗਾਂਹ ਸਾਡੀ ਭੂਆ ਰਹਿੰਦੀ ਸੀ, ਹੂੰ ਤੇ ਉੱਥੇ ਅਸੀਂ ਗਏ ਤੇ ਉਹਦੇ ਲੋੜ ਕੋਲ ਪਹਿਲੇ ਨਹੀਂ ਸੀ। ਹੂੰ ਅਸੀਂ ਮੁਰਮਾ ਲਾਗੇ ਲੈ ਗਏ ਨਾਲ, ਹੂੰ ਉਹ ਟਰੰਕ ਫਾ ਗਿਆ ਪਿਓ, ਹੂੰ ਤੇ ਉਹ ਜਾ ਕੇ ਅਸੀਂ ਲਾਹੌਰ ਉਤੇ ਨਾ ਜੇ ਵਾਸਤੇ, ਹੂੰ ਤੇ ਉਹ ਆਂਦੇ ਆ ਵੀ ਪਾਕਿਸਤਾਨ ਤੇ ਜਿਹੜਾ ਸਿੱਖਾ ਇੱਕ ਬਣਿਆ ਜਨ, ਹੂੰ ਤੇ ਉਹਨਾਂ ਤਰੀਕ ਦੇ ਦਿੱਤੀ, ਹੂੰ ਇੰਨੇ ਤਰੀਕ ਵਿੱਚ ਨਿਕਲ ਜਾਓ। ਹੂੰ ਜਿਹੜੇ ਮੁਸਲਮਾਨ ਹੈ ਇੱਧਰ, ਉਹ ਇੱਧਰਲੇ ਉੱਧਰ ਇੱਧਰ ਆ ਜਾਣਾ, ਹੂੰ ਇੱਧਰ ਬਦਲੀ ਹੋ ਜਾਣਾ ਦੀ। ਹੂੰ ਉਹ ਅਸੀਂ ਮੁਸਲਮਾਨ ਜਿਹੜਾ ਖੜਾ ਸੀ ਲਾਗੀ, ਹੂੰ ਉਹਦਾ ਪਾਉ ਪਿਆ ਟਰੰਕ ਤੁਹਾਡਾ, ਅੱਛਾ। ਮੈਂ ਚੱਲਿਆ ਜੋ, ਅੱਛਾ ਮੇਰੇ ਨਿਆਣੇ ਮਾਰ ਦੋ ਕੋਈ। ਅੱਛਾ, ਉਦੋਂ ਹੀ ਉਹ ਇੱਥੋਂ ਭੱਜ ਆਇਆ। ਹੂੰ। ਅਸੀਂ ਇੱਥੇ ਛੱਤੀ ਨਹੀਂ ਆਏ ਵਿਆਹ ਵੇਖ ਕੇ, ਹੂੰ ਉਹ ਲੋਕ ਲੈਂਦੇ ਰਹਿੰਦੇ ਬੜਾ ਚਿਰ ਵਿਆਹ। ਹੂੰ ਜਦ ਆਏ ਤੇ ਮੁੜ ਕੇ ਆਂਦਾ ਉਹ ਤੇ ਇਹਨਾਂ ਮੇਰੇ ਸਾਡੇ ਮਾਮੇ ਡਾਲਵਾਂ ਦੇ, ਹੂੰ ਉਹਦੇ ਤੁਸੀਂ ਆਣੇ ਇੱਥੇ ਘਰ ਬੈਠੇ ਸਾਡੇ ਪਿਓ ਨੂੰ ਦੇ, ਹੂੰ ਤੇ ਸੱਤ ਘੰਟੇ ਦਾ ਸਾਰਾ ਪਿੰਡ ਵਿਹਲਾ ਹੋ ਗਿਆ। ਹੂੰ ਫਿਰ ਅਸੀਂ ਹੁਣ ਗੱਡੇ ਲਏ, ਬਲਦਾਂ ਵਾਲੇ ਗੱਡੇ ਹੁੰਦੇ ਸੀ, ਹੂੰ ਉਹ ਸਮਾਨ ਸਮੂਨ ਲੱਦ ਕੇ ਤੇ ਡਾਲਵਾ ਰਹੇ 2 ਮਹੀਨੇ, ਹੂੰ ਤੇ ਡਲ ਮੁੜ ਕੇ ਡਲਵਾ ਆਣ ਕੇ ਮੁੜ ਕੇ ਅਸੀਂ ਇੱਥੇ ਆਣ ਕੇ ਸੁੱਗੇ ਆਣ ਕੇ ਵਾਹੀਆਂ ਵੂਹੀਆਂ ਹੂੰ ਕਰਦੇ ਰਹੇ। ਇੱਥੇ ਮਤਲਬ ਕੋਈ ਖਰਾਬੀ ਨਹੀਂ ਹੋਈ? ਨਹੀਂ ਖਰਾਬੀ ਤਾਂ ਹੈਗੀ, ਮਾਰਦੇ ਇੱਕ ਦੂਜੇ ਨੂੰ। ਅੱਛਾ ਆਹੋ ਮਾਰਦੇ ਜਰਾ ਇਸ ਤਰ੍ਹਾਂ ਜੇ ਕੋਈ ਆਪਣਾ ਰਾਤਵਾਤੀ ਨਹੀਂ ਮਾਰਦੇ ਇੱਕ ਦੂਜੇ ਨੂੰ, ਜਿਹਨਾਂ ਵੱਟ ਵੈਰ ਸੀ ਆਹੋ ਆਹੋ ਉਹ ਮਾਰਦੇ, ਉਹ ਤਾਂ ਛੇਤੀ ਨਹੀਂ ਮਾਰਦੇ। ਹੂੰ ਜਿਹਦਾ ਦੁੱਖ ਵੈਰ ਹੋਏ ਜਿਹੜੇ ਮੁਸਲਮਾਨ ਸੀ, ਇੱਕ ਜਾ ਸਾਡੇ ਚਾਚੇ ਤਾਂ ਬਹੁਤ ਤਗੜੇ ਸੀ, ਹੂੰ ਗੱਭਰੂ ਵੱਡੇ ਹਰ ਤੋਂ। ਹੂੰ ਉਹ ਜੇ ਥੋੜਾ ਦਿਨ ਹੋਇਆ ਨਾ ਤਕਾਲਾਂ ਜੀ ਲੌਡਾ ਗਲਾ ਵੇਲਾ, ਹੂੰ ਉਹ ਆਂਦੇ ਆਪਾਂ ਨਾ ਚੱਲ ਪਿੰਡ ਦਾ ਪਤਾ ਲਈਏ, ਕੋਈ ਪਿੰਡ ਦਾ ਕੋਈ ਹੂੰ ਮੁਸਲਮਾਨ ਬੰਦਾ ਨਾ ਮਾਰਦੇ ਕੋਈ। ਹੂੰ ਇੱਕ ਜੱਟ ਜਿਮੀਂਦਾਰ ਤੁਰਿਆ ਆਉਂਦਾ ਸੀ, ਹੂੰ ਤੇ ਉਹ ਆਂਦਾ ਬਈ ਉਹਨੇ ਵੇਖਿਆ ਮੁਸਲਮਾਨ 4 ਮੁੰਡੇ ਆ, ਹੂੰ ਉਹ ਭੱਜੇ ਆਉਂਦੇ ਆ, ਤੇ ਉਹ ਜਿਹੜਾ ਜੱਟ ਹੈ ਜੋਗਲਾ ਬਲਦੇ ਕੰਡਿਆ ਸੀ, ਹੂੰ ਉਹਨੂੰ ਮਾਰਿਆ ਬੱਚਾ, ਜੱਟੀ ਹੱਥ ਜੋੜਦੀ ਰਹੀ ਆ, ਹੂੰ ਉਹ ਦੱਸਦੇ ਗੁਜਰਣੀ। ਹੂੰ ਆਂਦੇ ਵਿਚਾਰੇ ਮੇਰੇ ਬੱਚੇ ਮਾਰ ਕੇ ਮੈਨੂੰ ਕਿਹਾ ਤੇ ਜੇ ਤੁਸੀਂ ਲੈਣਾ ਸਾਡਾ ਗੱਡਾ ਗੁੱਡਾ ਲੈ ਜਾਓ, ਹੂੰ ਸਾਨੂੰ ਨਾ ਮਾਰਿਓ। ਹੂੰ ਉਹਨਾਂ ਜਿਹੜਾ ਜੱਟ ਮਾਰ ਕੇ ਬੱਚਾ, ਤੇ ਜੋ ਬੱਚਾ ਢਿੱਡ 'ਚ ਵੱਜ ਗਿਆ, ਉਹ ਪੁੱਠਾ ਹੋ ਥਾਲੇ ਜਾ ਪਿਆ। ਹੂੰ ਮੁੜ ਕੇ ਉਹ ਜੱਟੀ ਥੇ ਹੱਥ ਜੋੜੇ, ਹੂੰ ਉਹਨੇ ਕਿਤਾ ਉਹ ਜੱਟੀ ਦੇ ਬੱਚਾ ਮਾਰਤਾ ਹੂੰ ਮੁਸਲਮਾਨ। ਹੂੰ ਇਹਨੇ ਹਰ ਮਾਰਿਆ ਲਲਕਾਰਾ, ਹੂੰ ਅਸੀਂ ਆ ਗਏ ਤਗੜੇ ਜੋ, ਹੂੰ ਇਹ ਹੋਰ ਭੱਜ ਗਏ, ਛੱਡ ਕੇ ਨਹੀਂ ਲੈਂਦੇ ਗੱਡਾ ਗੁੱਡਾ ਹੂੰ ਹੈ। ਮੁੜ ਕੇ ਆ ਗਏ ਤੇ ਮੁੜ ਕੇ ਨਾ ਹਰ ਜਰ ਜਾਤੀ ਸੀ, ਉਹ ਤਾਂ ਉਦੋਂ ਮਰ ਗਿਆ। ਹੂੰ ਉਹਨਾਂ ਲਿਆ ਕੇ ਲੱਕੜਾਂ ਉੱਥੋਂ ਪਿੰਡ 'ਚੋਂ, ਹੂੰ ਤੇ ਉਹ ਸੁੱਟ ਕੇ ਬੜੀਆਂ ਸਿਕਾਤਾ। ਜਿਹੜੀ ਜੱਟੀ ਸੀ ਹੂੰ ਉਹਨੇ ਆਖਿਆ ਇੱਕ ਮੇਰਾ ਉਹ 8 ਦਿਨ ਮਗਰੋਂ ਮਰੀ ਹੈ, ਹੂੰ ਉਹਨੇ ਇੱਕ ਮੇਰਾ ਧਰਮ ਕਰਿਓ ਜੋ। ਹੂੰ ਆ ਮੇਰਾ ਇਹ ਜੱਟ ਜ਼ਿਮੀਂਦਾਰ, ਸਾਡੀ ਕੁੜੀ ਜੱਟਾ ਜ਼ਿਮੀਂਦਾਰ ਦੇ ਘਰ ਵਿਆਹਿਓ, ਹੂੰ ਅਸੀਂ ਤਾਂ ਮੈਂ ਤਾਂ ਬਚਣਾ ਨਹੀਂ, ਹੁਣ ਮੇਰਾ ਘਰ ਹੀ ਮਰ ਗਿਆ। ਤੇ ਫਲਾਣੇ ਪਿੰਡ ਦੇ ਮੇਰੇ ਹੈਗੇ ਆ ਭਰਾ, ਹੂੰ ਤੇ ਉਹਨਾਂ 'ਚ ਕਿਤੇ ਅਸੀਂ 10-2 ਰੁਪਏ ਤੋਂ ਸਾਡੀ ਕੁੜੀਆਂ ਪਾ ਦਿਓ ਉੱਥੇ। ਹੂੰ ਉਹ ਮੁੜ ਕੇ ਅਸੀਂ ਜਲਦਾਰ ਯਾਰ 4 ਰੁਪਏ ਦਾ ਦਾਦਾ, ਅੱਛਾ ਇਹਨੂੰ ਦੱਸਿਆ ਆਣ ਕੇ ਇੱਥੇ ਜਦੋਂ ਅਸੀਂ ਪਿੱਛੇ ਸੁੱਗੇ ਆ ਗਏ, ਨਾਲ ਹੀ ਗੱਡਾ, ਨਾਲ ਹੀ ਮੱਝਾਂ, ਨਾਲ ਹੀ ਬਲਦ। ਹੂੰ ਉਹਨੇ ਆਖਿਆ ਜਲਦਾਰਾਂ ਦਾ ਚਲੋ ਕੋਈ ਨਹੀਂ, ਉਹ ਜਲਦਾਰ ਪੜ੍ਹਿਆ ਲਿਖਿਆ ਬੜਾ ਹੈ। ਹੂੰ ਹੂੰ ਉਹਨੇ ਆਣ ਕੇ ਫਿਰ ਮੱਛਿਆ ਜਾਣਾ ਦੀਵਾਨ ਜਿੱਥੇ ਦਿਵਾਣੇ ਨਾ, ਹੂੰ ਉਹਨਾਂ ਰਾਗੀਆਂ ਨੂੰ ਆਖਦੇ ਨਾ ਵੀ ਤੁਸੀਂ ਨਾ ਇੱਥੇ 2-3 ਦਿਹਾੜੇ ਬੋਲਣਾ, ਹੂੰ ਫਲਾਣੇ ਪਿੰਡ ਦੇ ਜੱਟ ਆ, ਹਾਂ ਤੇ ਫਲਾਣੇ ਪਿੰਡ ਦੇ ਉਹਨਾਂ ਭੈਣ ਭਣੀਆਂ ਮਰ ਗਿਆ, ਹਾਂ ਜੇ ਕੁੜੀਆਂ ਦੇ ਨਾਮ ਦੱਸੇ ਸਾਡੇ ਬੱਦੇ। ਹਾਂ 3-4 ਮਹੀਨੇ ਪਤਾ ਲੱਗਾ ਜਾ ਕੇ। ਅੱਛਾ ਆਹ ਉਹ ਫਿਰ ਕਿਤੇ ਆਏ ਮੱਸਿਆ ਨੂੰ ਹੋ ਕਿਤੇ, ਹੂੰ ਤੇ ਉਹ ਜਦ ਰਾਗੀ ਬੋਲੇ ਨਾ, ਹੂੰ ਉਹ ਜਿਹੜਾ ਸੁਣਿਆ ਭਾਈਆਂ ਦੇ ਨਾਂ ਦੇ ਭੈਣ ਦਾ ਹੂੰ ਤੇ ਕੁੜੀਆਂ ਦਾ, ਹੂੰ ਤੇ ਉਹਦੇ ਤਾਂ ਸਾਡੇ ਬੰਦੇ ਆ। ਹੂੰ ਮੁੜ ਕੇ ਉਹਦੇ ਕਿੱਥੇ ਉਹ ਰਾਗੀ ਨੇ ਪੁੱਛਿਆ ਕਿਹੜੇ ਪਿੰਡ ਸੁੱਗੇ ਹੂੰ ਜਲਦਾਰ ਜੋ, ਹਾਂ ਉਹ ਫਿਰ ਇੱਥੇ ਆਏ ਸੁੱਗੇ। ਹੂੰ ਅੱਜ ਤੱਕ ਕੰਟੇ ਵਾਲਿਆ ਥਾਂ ਜਿਹਾ, ਹੂੰ ਆਹੋ ਇੱਥੇ ਮੈਂ ਬੈਠਾ ਮੈਂ ਛਾਵੇਂ ਬਾਹਰ। ਹੂੰ ਉਹ ਆਏ ਤੇ ਆਂਦੇ ਬਹੁਤ ਜਲਦਾ ਦਾ ਘਰ ਕਿਹੜਾ, ਹੂੰ ਤੇ ਉਹ ਆਂਦੇ ਮੈਂ ਕਿਹਾ ਜਲਦਾ ਘਰ ਆ ਪਿੰਡ 'ਚ ਹੁੰਦਾ ਸੀ ਜਲਦਾ। ਹੂੰ ਉਹ ਜਲਦਾਰ ਨੂੰ ਮੁੜ ਕੇ ਆਵਾਜ਼ ਮਾਰੀ, ਹੂੰ ਉਹ ਆਇਆ ਤੇ ਮੁੜ ਕੇ ਜਲਦਾਰਾਂ ਦਾ ਕੁੜੀਆਂ ਹੈਗੀਆਂ, ਹੂੰ ਕੁੜੀਆਂ ਮੁੜ ਕੇ ਫਿਰ ਉਹ ਜੇ ਸੱਦਿਆ ਨਾ, ਹੂੰ ਤੇ ਕੁੜੀਆਂ ਭੱਜ ਕੇ ਮਾਮੇ ਆਏ ਨਾ, ਉਹਨਾਂ ਚੁੱਪ ਉਸੇ ਸਿਆਣ ਲਿਆ। ਕੁੜੀਆਂ ਦੇ ਮਾਮੇ, ਸਾਡੇ ਮਾਮੇ ਆ ਗਏ ਆ ਹੈ, ਉਹਨਾਂ ਗੱਲ ਲਾ ਲਈ ਵਿਚਾਰੇ ਨੇ। ਮੁੜ ਕੇ ਜਲਦਾਰ ਨੇ ਆਖਿਆ ਤੁਸੀਂ ਨਾ ਆਪਕੋ ਲੈ ਜਾਓ ਗੱਡਾ ਗੁੱਡਾ ਮਹੀਂ ਬੁਈ, ਹੂੰ ਉਹ ਗੱਡਾ ਫਿਰ ਦੇਣ ਲੈ ਗਏ ਤੇ ਕੁੜੀਆਂ ਲੈ ਗਏ, ਹੂੰ ਮਾਲ ਡੰਗ ਲੈ ਗਏ। But if I lay down and I play dead and I stay dead, maybe you'll get sick of being the monster out of my head, under my bed. Think you're something out of my nightmares, standing right there. But if I lay down and I play dead and I stay dead,
ਬੂਆ ਮਾਲਣ ਜਰਦ ਕਨਾਰੇ ਸ਼ਾਦੀ ਵਾਲਾ ਘਰ ਨੀਆਂ ਮੇਰੀ ਮਾਲਾ ਬੈਠ ਗਲੀ ਜੇ ਘਰ ਸੇਰੇ ਦਾ ਮੁੱਲ ਨੀ 5 ਲੱਖ ਛੇਰਾ ਮਰਣਾ 2 ਲੱਖ ਛੇਰਾ 3 ਲੱਖ ਛੇਰੇ ਦਾ ਮੁੱਲ ਨੀ ਲਾਏ ਛੇਰਾ ਇਸ ਲਾੜੇ ਦੀਏ ਭੈਣੇ ਲਾਵੀ ਰੇ ਮੱਥੇ ਇਹ ਘੋੜੀਏ ਤੇ ਜਾਣਾ ਨੀ ਮੱਲਾ ਤੇ ਜਾਣਾ ਨੀ ਬਦੀ ਸੰਭਲੇ ਦੇ ਨਾਰਾ ਦੇ ਕੇ ਸਦਾਗਰੀ ਆਇਆ ਏ ਨੀਆ ਕਣਾ ਰਾੜੇ ਦੇ ਬਗਲ ਨੂੰ ਨੀ ਮੱਲਾ ਬਗਲ ਨੂੰ ਨੀ ਅਚੜੀ ਚੜ ਕਰਾ ਮੇਰੇ ਮਨ ਚ ਸਦਾਗਰੀ ਆਇਆ ਏ ਨੀਆ ਕਣਾ ਰਾੜੇ ਦੀ ਮਾਂ ਨੂੰ ਨੀ ਮੱਲਾ ਮਾਤਾ ਨੂੰ ਨੀ ਅਛੜੇ ਸਗਨ ਮਾਨਾ ਮੇਰੇ ਮਨ ਚ ਸਦਾਗਰੀ ਆਇਆ ਏ ਜਦੋਂ ਮੇਰੀ ਅੰਗੇਜਮੈਂਟ ਹੋਈ ਸੀ ਉਦੋਂ ਮੇਰੇ ਚਾਚਾ ਜੀ ਹੋਰੀ ਦੱਸਦੇ ਸੀ ਕਿ ਉਹਨਾਂ ਕੋਲ ਪਹਿਲਾਂ 1400 ਵਿਗਾ ਪੈਲੀ ਸੀ ਜਿਹਦਾ ਕਿ ਖਣੀ 700 ਕਿੱਲਾ ਬਣਦਾ ਸੀ ਪੈਲੀ ਦਾ ਇਸ ਟਾਈਮ ਤੇ ਮੁੜ ਕੇ ਬਾਅਦ ਵਿੱਚ ਇਹਨਾਂ ਕੋਲ ਬਹੁਤ ਘੱਟ ਜ਼ਮੀਨ ਰਹਿ ਗਈ ਗਾਂ ਦੀ ਗਾਂ ਵੰਡੀ ਜਾਂਦੀ ਹੈ। ਹਾਂਜੀ ਵੰਡੀ ਗਈ ਆ 1981 ਵਿੱਚ ਮੇਰਾ ਵਿਆਹ ਹੋਇਆ ਸੀ ਤੇ ਮੈਂ ਮਹਿਲਾਂ ਦੇ ਵਿੱਚ ਹੀ ਵਿਆਹੀ ਆਈ ਸੀ। ਅੱਛਾ ਉਦੋਂ ਮਹਿਲ ਸਹੀ ਸੀ। ਹਾਂ ਬਿਲਕੁਲ ਸਹੀ ਸੀ। ਅੱਛਾ ਹਾਂਜੀ ਫਿਰ ਕਿਦਾਂ ਜਦੋਂ ਇਹ ਮਤਲਬ ਖਾਨਦਾਨ ਲੱਗਾ ਤੁਹਾਨੂੰ ਵੀ ਸਰਦਾਰਾਂ ਦਾ ਖਾਨਦਾਨ ਆ, ਕਿਦਾਂ ਮਹਿਸੂਸ ਹੋਇਆ? ਹਾਂਜੀ ਮੇਰੇ ਪੇਕੇ ਬ੍ਰਹਮਪੁਰ ਨੇ, ਮੇਰੇ ਚਾਚਾ ਜੀ ਮਿਨਿਸਟਰ ਸੀ। ਅੱਛਾ ਤੇ ਇਹਨਾਂ ਰਣਜੀਤ ਸਿੰਘ ਬ੍ਰਹਮਪੁਰਾ? ਹਾਂਜੀ ਰਣਜੀਤ ਸਿੰਘ ਬ੍ਰਹਮਪੁਰਾ ਹਾਂਜੀ। ਤੇ ਮੈਂ ਉਹਨਾਂ ਦੀ ਵੀ ਮਤਲਬ ਬੇਟੀ ਸੀ। ਉਹ ਸਾਰੇ ਮਤਲਬ ਸੁੱਗੇ ਆ ਕੇ ਇਹਨਾਂ ਦੇ ਪਰਿਵਾਰ ਨੂੰ ਵੇਖ ਕੇ ਗਏ ਕਿ ਇਹ ਇੱਕ ਚੰਗਾ ਖਾਨਦਾਨੀ ਪਰਿਵਾਰ ਆ। ਫਿਰ ਮੇਰੀ ਇਸ ਘਰ ਦੇ ਵਿੱਚ ਅੰਗੇਜਮੈਂਟ ਹੋਈ ਤੇ ਮੈਂ ਵਿਆਹੀ ਆਈ ਤੇ ਮਹਿਲਾਂ ਦੇ ਵਿੱਚ। ਹਾਂਜੀ ਹਾਂਜੀ ਮਹਿਲਾਂ ਦੇ ਵਿੱਚ ਮੈਂ ਵਿਆਹੀ ਆਈ ਸਾਂ ਜੀ। ਉੱਥੇ ਰਹਿਣ ਦੇ ਮਤਲਬ ਬਹੁਤ ਖੂਬਸੂਰਤ ਮਹਿਲ ਬਣੇ ਸੀ, ਬਹੁਤ ਵਧੀਆ ਮਹਿਲ ਬਣੇ ਸੀ, ਬਹੁਤ ਵੱਡਾ ਮਹਿਲ ਸੀ। ਲਾਪਰਵਾਹੀ ਵਿਵਸਥਾ ਕਰਨ ਤੇ ਹੈਗੇ ਕੁਛ ਸਰਕਾਰਾਂ ਦੀ ਵੀ ਲਾਪਰਵਾਹੀ ਹੋ ਗਈ। ਸਰਕਾਰਾਂ ਦੀ ਲਾਪਰਵਾਹੀ ਕਰਕੇ ਜਿੱਦਾਂ ਹੁਣ ਸਰਕਾਰਾਂ ਜਿਹੜੀਆਂ ਉਹ ਹੈਰੀਟੇਜ ਬਣਾਉਂਦੀਆਂ ਆ, ਇਹ ਕੋਈ ਚੀਜ਼ਾਂ ਸਾਂਭਦੀਆਂ, ਸਰਾਏ ਮਾਨ ਤਾਲ ਸਾਹਮਣ ਵਾਲਾ ਉਹਦੇ ਬਾਰੇ ਸਾਨੂੰ ਦੇਣ ਜਾਂ ਬਾਗ ਸਾਹਮਣ ਵਾਲਾ ਆ ਭੁੱਲ ਜਿਆਦਾ ਚਕੰਦਾ ਹੈ। ਇਹਦੀ ਕੋਈ ਸਰਕਾਰ ਦਵੇ ਸਾਨੂੰ। ਆਹੋ ਵੀ ਇਹ ਵੀ ਖਰਾਬ ਹੋਣੀਆਂ ਆ, ਸਾਰੀ ਖਰਾਬ ਹੋਣੀਆਂ ਉਹ ਕੰਨਾਂ। ਕਿਉਂਕਿ ਆ ਪਿੱਛੇ ਬੈਕ ਸਾਈਡ ਤੇ ਇਹ ਬਾਪੂ ਜੀ ਦਾ ਹਾਥੀ ਖਾਨਾ ਹੈ। ਅੱਛਾ ਬਾਪੂ ਜੀ ਹਾਥੀ ਵੀ ਰੱਖਦੇ। ਅੱਛਾ ਤੇ ਘੋੜੇ ਵੀ ਰੱਖਦੇ ਕਿਉਂਕਿ ਫੌਜ ਨਾਲ ਲਿੰਕ ਸੀ ਮਾਰਨ ਜੀ ਸੁਣ ਆਪਦੀ ਹਥਿਆਰਬੰਦ ਫੌਜ ਰੱਖਦੇ ਕਿਉਂਕਿ ਰੋਜ਼ਨਾਮ ਚਾਹੀ ਬਕਾਇਦਾ ਕਿਸੇ ਨੇ ਮਿਲਣਾ ਰੋਜ਼ਨਾਮ ਵਿਚਾਰੀ ਵੀ 2 ਗੇਟ ਹੀ ਪਿੰਡ ਨੂੰ। ਤੇ ਬਾਪੂ ਜੀ ਮਹਾਰਾਜ ਸਰਦਾਰ ਰਤਨ ਸਿੰਘ ਗਰਜਾਤੀ ਜਿਹੜਾ 7 ਫੁੱਟ 6 ਇੰਚ ਕੱਦ ਸੀ ਉਹਨਾਂ ਦਾ, ਜੋ ਕਿ ਜੱਜ ਕਰਕੇ ਡਿਊਟੀ ਫਿਰ ਲਾਹੌਰ ਜਾਂਦੇ ਉਹਨਾਂ ਨੂੰ ਸਾਰਾ ਮਾਲੀਆ ਦੇਣ। ਸੁੱਗੇ ਪਿੰਡ ਦਾ ਪਾਣੀ ਲਾਹੌਰ ਮਹਾਰਾਜ ਜੀ ਨੂੰ ਪੀਣ ਲਈ ਜਾਂਦਾ ਰਿਹਾ, ਜੋ ਕਿ ਇਸ ਟਾਈਮ ਤੇ ਖੂਹ ਬਾਗ ਮੌਜੂਦ ਆ। ਉਸ ਟਾਈਮ ਤੇ ਸਾਡਾ ਜ਼ਿਲ੍ਹਾ ਲਾਹੌਰ ਸੀ। ਖੂਹ ਇੱਕ ਇੱਥੇ ਵੀ ਹੈਗਾ ਬਾਜ਼ਾਰ 'ਚ। ਹਾਂ ਇੱਕ ਉਹ ਵੀ ਹੈਗਾ ਮੰਦਰ ਲਾਗੇ, ਉਹ ਵੀ ਜੋ ਕਿ ਹਿੰਦੂ ਧਰਮ ਨਾਲ ਹੈਗਾ ਵਾ। ਹਾਂ ਅੱਛਾ ਇੱਕ ਹੋਰ ਗੱਲ, ਫਿਰ ਸਾਡੇ ਬਾਪੂ ਰਤਨ ਸਿੰਘ ਨੇ ਸੁੱਗਾ ਪਿੰਡ ਤੋਂ ਬਣਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਹਿੰਦੂਆਂ ਦਾ ਮੰਦਰ ਬਣਾਇਆ, ਜੋ ਕਿ ਨਿੱਕੀ ਇੱਟ ਬਣਿਆ ਹੈ। ਉਹ ਮੌਜੂਦ ਹੈ। ਇਸ ਮੰਦਰ ਦੇ ਨਾਂ ਅਸੀਂ 2.5 ਕਿੱਲੇ ਪੈਲੀ ਵੀ ਲਵਾਈ, ਜੋ ਕਿ ਉਹ ਬੰਦਾ ਸਿੰਘ ਬਹਾਦਰ ਦੀ ਅਣਸਬੰਸ ਵਿੱਚੋਂ ਲਿਆ ਕੇ ਬਾਵੇ ਭਾਏ ਸੁੱਗੇ 'ਚ ਜੋ ਪੈਲੀ ਵਾਹੁੰਦੇ ਆ, ਕੁਛ ਇੱਥੇ ਰਹਿੰਦੇ ਵੇ, ਕੁਛ ਸ਼ਹਿਰ ਰਹਿੰਦੇ ਆ। ਸਿੱਖ ਰਾਜ ਦੇ ਵਿੱਚ ਬਾਬਾ ਬੰਦਾ ਸਿੰਘ ਨਾਲ ਬਾਪੂ ਜੀ ਨਾਲ
ਬੜਾ ਪਿਆਰ ਸੀ ਸਿੱਖ ਰਾਜ ਦਾ, ਅਜੇ ਵੀ ਹੈ। ਹੂੰ। ਤੇ ਜਿਹੜਾ ਤਲਾਅ 'ਚ ਪਾਣੀ ਆਉਂਦਾ ਨੇ ਉਹ ਕਿੱਥੋਂ ਆਉਂਦਾ ਹੁੰਦਾ ਸੀ ਪਰਲੇ ਬੰਨੇ? ਉਹ ਦੇਸ਼ ਦੀ ਵੰਡ ਤੋਂ ਪਹਿਲਾਂ ਤਾਂ ਸੂਏ ਦਾ ਪਾਣੀ ਪੈਂਦਾ ਰਿਹਾ, ਉੱਥੇ ਪੱਧਰੀ ਵਾਲੇ ਸੂਏ ਦਾ ਆਉਂਦਾ ਰਿਹਾ, ਅੱਛਾ। ਜੋ ਕਿ 1952 ਚ ਰੂਹੀ ਪੁੱਟੀ ਗਈ ਸੈਂਟਰ ਗਵਰਨਮੈਂਟ ਦੀ, ਸੂਏ ਦਾ ਪਾਣੀ ਆਉਣ ਵੜ ਗਿਆ। ਜੋ ਇਹ ਵੇਲੇ ਬਕਾਰ ਪਿਆ ਤਾਲ, ਉਹ 9 ਕਿੱਲੇ ਵਿੱਚ ਤਾਲ ਆ। ਉਹ ਤਲਾ 8 9 72 ਛਿਛਰੇ ਚ 9 ਕਿੱਲੇ ਆ। ਉਹ ਇਸ ਕਰਕੇ ਇਹ ਜ਼ਮੀਨ ਛੱਡੀ ਵੀ ਬਾਪੂ ਰਤਨ ਸਿੰਘ ਦਾ ਖਿਆਲ ਸੀ ਵੀ ਤਤਲੇ ਪਿੰਡ ਤੇ ਬੈ ਕੇ ਗੁਰੂ ਅਰਜਨ ਦੇਵ ਜੀ ਆਏ ਆ, ਤਲਾਅ ਦੀ ਖੋਜ ਕਰਦੇ ਰਹੇ, ਉਹਨਾਂ ਦੇ ਵਿਚਾਰਾਂ ਦੀ ਤਲਾਅ ਬਣਾਇਆ ਗਿਆ, ਜੋ ਕਿ ਇਹ ਵੇਲੇ ਬੇਕਾਰ ਹੈ, ਕੋਈ ਉਹਦਾ ਪਾਣੀ ਦਾ ਇੰਤਜ਼ਾਮ ਨਹੀਂ, ਸੇਵਾ ਸੰਭਾਲਣੀ। ਸ਼ੇਰੇ ਪੰਜਾਬ ਦੀ ਫੌਜ ਮਿਲਣ ਲਈ ਆਉਂਦੀ, ਉੱਥੇ ਉਤਰਦੀ, ਕਿਉਂਕਿ ਉਹਨਾਂ ਦੀ ਕਾਫੀ ਥਾਂ ਚਾਹੀਦਾ ਟੈਂਕ ਖਿਲਾਰਨ ਨੂੰ, ਫੌਜ ਖਿਲਾਰਨ ਨੂੰ, ਜੋ ਕਿ ਵੇਖ ਸਕਦੇ ਜੀ। ਉੱਥੇ ਤਲਾਅ ਇਸ ਕਰਕੇ ਬਣਾਇਆ ਸੀ। ਹਾਂ, ਤਲਾਅ ਰਾਣੀਆਂ ਵੀ ਕਹਿੰਦੇ ਜਾਂਦੀਆਂ, ਰਾਣੀਆਂ ਵੀ ਨਹਾਉਂਦੀਆਂ, ਸੈਰ ਕਰਨ ਜਿਸ ਤਰ੍ਹਾਂ ਜਾਂਦੀਆਂ। ਸਰਦਾਰ ਰਤਨ ਸਿੰਘ ਦੀਆਂ ਰਾਣੀਆਂ ਸੀ, ਇੰਜ 8 ਵਿਆਹ महाराज रतन। अच्छा अच्छा अच्छा। सुग्गा गांव ऐतिहासिक गांव है। इसका जो पिंड गांव को बसाया गया वो सरदार रतन सिंह गुरजाखिया अहलकार महाराज रंजीत सिंह जिन्हों ने ये पिंड जिन्होंने ये गांव बसाया। ये गांव का पुराना इतिहास है। उन्होंने महाराज रंजीत सिंह ने सरदार को 5500 बीघा ज़मीन अलॉट की और वहीं उन्होंने एक तालाब, एक किला और एक महल बारादरी यहाँ बनवाए। और बारादरी में सरदार अदालत लाते थे और जो नज़दीक के गांव है उनके लिए फैसले करते थे। इस्तेनाधिकार महाराज रंजीत सिंह ने उनको दिया था। उनके 7 लड़के थे, 1 लड़की थी। 7 लड़कों में 3 नवल्द गए, उनका कोई शादी नहीं हुआ। श्याम सिंह के साथ अटारी वाली श्याम सिंह टारी वाले के साथ सबराहों में जंग में शहीद हो गए और 4 लड़कों की औलाद वहाँ सुग्गे में रहती है। सरदार के किला जो बनाया था उसके द्वारा आसपास में खाई भी बनाई थी और बहुत बाज़ार बना हुआ था। और गेट जड़ा उनके गेट जो उतार कर कसूर में ले गए थे। तो उस 4 लड़कों के जो एक लड़की थी, लड़की जो वो श्याम सिंह टारी वाले भतीजे शेर सिंह को जी ब्याही हुई थी। इसलिए ये नगर ऐतिहासिक है। इसका पिछोकड़ बहुत बढ़िया है, इसके तालाब भी बना हुआ है। वो जो महल थे उनसे 12 दरी से आने के लिए वहाँ सुरंग बना हुआ था और गेट थे और हाथियों के घोड़ों के तबेले थे और हाथियों के रहने वाली जगह थी, वो भी गेट के साथ थी। और 1-2 गेट थे, ड्योढ़ी अगे बनी हुई थी। उसमें जो भी मिलने वाला आता था वो पहले स्लिप सरदार के पास भेजता और वहाँ से वो आर्डर देते मिलने के लिए, तो फिर आगे मिलने के लिए महलों में जाता था। सुग्गे तो सरपंच साहब मैं सुखवंत सिंह बोलदा। बेनती है कि भी साडे पिंड जद्दी पिंड है जी सरदारां दा। अंग्रेज़ां दे वेले इत्थे अदालत भी लगदी रही है। बहुत वधिया पिंड आ। इत्थे 2 स्कूल भी आ, गुरुद्वारा साहिब आ ते डिस्पेंसरी बनी आ, होर भी बहुत सहूलतां पिंड 'च विकास भी पूरा होया ते होर साडे ਵੱਡਾ ਸਕੂਲ ਵੀ ਉਹ ਹੋ ਚੱਲਿਆ। ਚਲੋ ਹੋ ਹੀ ਗਿਆ, ਸਮਝੋ ਹੋ ਜੂਗਾ। 12ਵੀਂ ਤੱਕ ਹੋ ਚੱਲਿਆ। ਤੇ ਹੋਰ ਸਾਡੇ ਪਿੰਡ ਵਿੱਚ ਜੀ ਬਹੁਤ ਲੋਕ ਵੀ ਬਹੁਤ ਚੰਗੇ ਆ। ਤੇ ਸਾਡੇ ਪਿੰਡ ਦੀ ਵੋਟ 1000 ਆ ਤੇ 1000 ਆ ਤੇ ਆਬਾਦੀ ਜਿਹੜੀ ਉਹ 2000 ਆ। ਹਾਂਜੀ, ਗਲੀਆਂ ਸੜਕਾਂ 2-3 ਸਾਡੇ ਸੜਕਾਂ ਬਣੀਆਂ ਜੀ ਪਿੰਡ 'ਚ। ਹੁਣ ਲੋ ਫਿਰ ਫਿਰਨੀ ਜਿਹੜੀ ਉਹਦੀ ਫਿਰਨੀ ਦੀ ਵੀ ਆਪਣੇ ਮਿੱਟੀ ਪਾ ਕੇ ਤਿਆਰੀ ਕਰਨੀ। ਸੜਕ ਪਿੱਛੋਂ ਲੋਕ ਵਾਲੀ ਬਣਨੀ ਆ ਜੀ, ਉਹ ਪਹਿਲਾਂ ਦੀ ਆਇਆ। MLA ਸਾਹਿਬ ਨੇ ਮਨਜ਼ੂਰ ਕਰਾਈ ਹੈ। ਇੱਕ ਪਾਈਪ ਲਾਈਨ ਵੀ ਪੈਣੀ, ਸੀਵਰੇਜ ਪਵਾਇਆ, ਪਾਈਪ ਲਾਈਨ ਵੀ ਪੈਣੀ, ਟੈਂਕੀ ਪਿੰਡ ਦੀ ਵਾਟਰ ਸਪਲਾਈ ਸਾਰੀ ਚੱਲਣੀ ਹੈ ਜੀ। ਇਹ ਨਵੀਂ ਪੈਣ ਲੱਗੀ ਆ। ਇਹ ਚੌਥੇ ਸੂਏ ਮੱਝ ਆ। ਹਾਂ, 18 ਲੀਟਰ ਦਾ ਰਿਕਾਰਡ ਰਿਹਾ ਮੱਝ ਦਾ। ਅੱਛਾ, ਦੁੱਧ ਦਾ 18 ਲੀਟਰ। ਹਾਂਜੀ ਹਾਂਜੀ, 2 ਵੇਲਿਆਂ ਦਾ। 2 ਵੇਲਿਆਂ ਦਾ 18 ਲੀਟਰ। ਕਿਹੜੀ ਨਸਲ? ਮੋਹਰਾ ਨਸਲ ਚ ਹੈ। ਮੁਰਾ ਨਸਲ। ਹਾਂਜੀ ਹਾਂਜੀ, ਬਹੁਤ ਵਧੀਆ। ਮੋਹਰਾ ਨਸਲ ਚ ਆ। ਇਹ ਆਪਾਂ ਵੇਚਣੀ ਨਹੀਂ ਤੇ ਆਪਾਂ ਬਾਹਰ ਕਰਕੇ ਜਾਣ ਕਰਕੇ ਵੇਚਣ ਲੱਗੇ ਆ। ਅੱਛਾ, ਇਹ ਚੱਲ ਹੁਣ ਆਪਣੇ ਤੋਂ ਬਾਅਦ ਮੁੜ ਕੇ ਕਿਸੇ ਨੇ ਪੱਠਾ ਡੱਕਾ ਨਹੀਂ ਪਾਉਣਾ। ਹਾਂ। ਤੇ ਇਹ ਕਰਕੇ ਵੀ ਹੁਣ ਨਾ ਕੋਈ ਚੋਣ ਦੀ ਜਾਏ, ਕਿਸੇ ਨੂੰ ਘਰ ਦੇਣ ਨੂੰ ਨਹੀਂ ਜਾਏ। ਤੇ ਆ ਵੀ ਕੋਲਿਆਂ ਦੇ ਹੁਣ ਗੱਭਣਿਆ ਲੈਂਦੀ 15 ਦਿਨ, 15-20 ਦਿਨ ਲੈ ਜੀ। ਤੇ ਹੁਣ ਇਹ ਕੀ ਕੱਟੀਆਂ ਦਿੰਦੀ ਕੱਟੇ? ਇਹ ਪਹਿਲੇ ਇਹਦੀ ਜਿਹੜੀ ਕੱਟੀ ਆ ਉਹ 1.5 ਸਾਲ ਦੀ ਸੂਣ ਵਾਲੀ ਆ। ਪਿੱਛੇ ਜਿਹੜੀ ਮੈਂ ਜਦੋਂ ਲਿਆਂਦੀ ਆ। ਅੱਛਾ।
ਤੇ ਉਹ ਸਾਲ 8 ਮਹੀਨੇ ਦਾ ਕੱਟਾ ਵਾ ਨਵਾਂ ਦਾ ਗਿਆ ਮਗਰ ਇਹਦੇ ਤੇ ਹੁਣ ਗਾਂ ਸੂਣ ਵਾਲੀ ਆਵੇ ਲੈ ਜੇ 10 ਦਿਨ ਲੈ ਜੇ 10 ਦਿਨ 10-15 ਦਿਨ ਖੜਨੇ ਨੇ ਬਸ ਹੁਣ। ਅੱਛਾ ਹਾਂਜੀ ਅਗਲੇ ਦੇ ਮਹੀਨੇ ਤਾਂ ਆਪਾਂ ਇਹਨੂੰ ਸੂਪੂਗੀ। ਤੇ ਆਪਾਂ ਕੀ ਇਹਦਾ ਰੇਟ ਲਾਉਨੇ ਆ? ਰੇਟ ਤਾਂ ਆਪਾਂ ਮੰਗਦੇ 140। 140? ਹਾਂਜੀ ਹਾਂਜੀ ਠੀਕ ਆ। ਤੇ ਚਲੋ ਹਨਾ ਕੋਈ ਜੇ ਹੋਵੇ ਗਾਹਕ। ਹਾਂਜੀ ਹਾਂਜੀ ਨੰਬਰ ਉੱਤੇ ਲਿਖ ਲਓ ਮੇਰਾ। ਨੰਬਰ ਬੋਲ ਦਿਓ। 8427570537। ਫਿਰ ਬੋਲੋ। 8427570537। ਇਹਦਾ ਭਰਾ ਆਪਣਾ ਕੁਰਕਵਿੰਡ ਬਾਜੀ ਜਿੱਤਿਆ ਇੱਕ। ਅੱਛਾ ਇਹੋ ਕਬੂਤਰ ਦਾ। ਹਾਂ ਇਹ ਹੁਣ ਛੱਡਣਾ ਇਹ ਆਪਾਂ ਤੇ ਇਹ ਹੁਣ ਸਰੀ ਕਰਕੇ ਦੇ ਕਰਕੇ ਨਾ ਹੁਣ ਟਾਵਰ ਤੇ ਪੈਂਦਾ ਵਾ ਤਾਂ ਕਰਕੇ ਨਹੀਂ ਛੱਡਣਾ ਹੁਣ। ਅੱਛਾ ਅੱਛਾ ਹਾਂਜੀ ਤੇ ਆਹ ਛੱਡਾਂ ਕਬੂਤਰ। ਹਾਂ ਇਹਦਾ ਵੀ ਭਰਾ ਦਾ ਜਿੱਤਿਆ 10 ਘੰਟੇ ਕਰਕੇ ਕਬੂਤਰ ਘਰੇ ਬੈਠਾ ਵਾ। ਅੱਛਾ ਅੱਛਾ ਬਾਜੀ ਜਿੱਤਿਆ ਕਬੂਤਰ। ਹਾਂ ਹਾਂ ਇਹਦੇ ਭਰਾ ਨੇ ਪੱਖਾ ਜਿੱਤਿਆ ਆਪਣਾ। ਅੱਛਾ ਅੱਛਾ ਇਹ ਤੋਂ ਪਿਛਲੇ ਸਾਲ ਆ। ਇੱਕ ਆ ਨਾਮ ਤੇ ਇਹ ਹੁਣ ਛੱਡਾਂਗੇ ਆਪਾਂ। ਇੱਕ ਆ ਨਾਮ ਆ ਘਰ ਵਾਲੀਆਂ ਬਾਜੀਆਂ ਉਦੋਂ ਸਾਡੇ 10-10 ਘੰਟੇ ਕਬੂਤਰ ਉੱਡੇ ਸਾਡੇ ਘਰ। ਹਾਂ ਹਾਂ ਇਹ ਸੁੱਗਾ। ਕਿੱਥੇ ਕਿੱਥੇ ਹੁਣ ਤੱਕ ਬਾਜ਼ੀਆਂ ਗਈਆਂ ਗਏ ਲਾਉਣ ਤੇ ਕਿੱਥੋਂ ਕਿੱਥੋਂ ਵੱਡੀਆਂ ਵੱਡੀਆਂ ਜਿੱਤੀਆਂ? ਇਹ ਜੀ ਮੈਂ ਪਹਿਲਾ ਕਬੂਤਰ ਕੁਰਕਵਿੰਡ ਛੱਡਿਆ ਹੈਰ ਕੇ। ਹਾਂ ਤੇ ਪਹਿਲਾ ਹੀ ਨੰਬਰ ਆਪਣਾ ਪਿਆ ਕੇ। ਅੱਛਾ ਅੱਛਾ ਹਾਂਜੀ ਹਾਂਜੀ ਮਤਲਬ ਕਦੋਂ ਦਾ ਸ਼ੌਂਕ ਆ? ਇਹ 45 ਕਬੂਤਰ ਉੱਡੇ ਸੀ ਜੀ। ਆਪਣਾ ਕੁਰਕਵਿੰਡ ਕੱਲਿਆਂ ਦਾ ਰਹਿ ਗਿਆ। ਅੱਜ ਕਦੋਂ ਦਾ ਸ਼ੌਂਕ ਆ ਤੁਹਾਨੂੰ ਕਬੂਤਰਾਂ ਇਹ ਸ਼ੌਂਕ ਤੇ ਆਪਾਂ ਨੂੰ ਨਿੱਕੇ ਹੁੰਦਿਆਂ ਦਾ ਹੀ ਆ ਜੀ। ਹਾਂ ਹਾਂ ਛੋੜੇ ਆ ਜਿਉਂ ਸ਼ੌਂਕ ਹੋਇਆ ਮੁੜ ਕੇ। ਉਦੋਂ ਕਣਕਾਂ ਵੜਦੇ ਹੁੰਦੇ ਸੀ ਜਿੱਦਾਂ ਲਾ ਲਾ ਕੇ ਪਰਾਤਾਂ। ਅਸੀਂ ਜੋ ਉਹ ਕਰੋ। ਹਾਂ ਅਸੀਂ ਜੋ ਜਵਾਨੀ ਜਿਹੇ ਹੁੰਦੇ ਹਾਂ ਹਾਂ ਅਸੀਂ ਪਹਿਲਾਂ ਦੇ ਹਾਲ ਵਾਉਣਾ। ਹਾਂ ਹਾਲ ਵਾਹ ਕੇ ਫਿਰ ਪੱਠੇ ਕੁਤਰਨੇ ਆ। ਹਾਂ ਪੱਠੇ ਕੁਤਰ ਕੇ ਫਿਰ ਸਾਵੇਂ ਹੁੰਦੇ। ਸਾਵੇਂ ਦੇ ਕਬੱਡੀ ਖੇਲਣੀ ਆ। ਜਿਦਾਂ ਲਾਉਣੀਆਂ ਪਹਿਲੇ ਵੀ ਜਵਾਨੋਂ ਐ ਸਾਵੇਂ ਦੇ ਤੈਨੂੰ ਮੈਂ ਢਾਇਆ ਦੂਜੇ ਨੇ ਢਾਉਣਾ। ਅੱਛਾ 5-5 ਕਿਲੋ 6-6 ਕਿਲੋ ਅਸੀਂ ਵਾਢੀ ਦੇ ਵਿੱਚ 10 ਕਿਲੋ ਘਿਓ ਖਾਂਦੇ ਹੁੰਦੇ ਆ। ਹਾਂ ਹਾਂ ਅੱਛਾ ਡੰਗਰ ਹਰ ਇੱਕ ਦੇ ਘਰ ਹੁੰਦੇ ਸੀ। ਹਾਂ ਦੁੱਧ ਕੋਈ ਵੇਚਦਾ ਨਹੀਂ। ਹਾਂ ਤੇਰੀ ਬਲਾਤੀ ਉਹਨੇ ਤੇ ਇਹੋ ਜਿਹੇ ਸੂਰਮੇ ਵਾਲੇ ਕੰਮ ਕੀਤੇ ਆ। 2.5 ਮਣ ਪੱਕੇ ਦੀ ਬੋਰੀ ਮੈਂ ਚੁੱਕ ਕੇ 5 ਬਾਲੇ ਕਰ ਦੇਣਾ। ਅਜੇ ਵੀ ਬੰਦੇ ਮੇਰੇ ਕੋਲ ਹੈਗੇ ਆ ਮੌਜੂਦ। 5 ਬਾਲੇ ਮੈਂ ਆਪਦਾ ਖਾਣਾ ਕੱਢਿਆ। ਤੇ ਡਾਲਡਾ ਘਿਓ ਜਿਹੜਾ ਉਹੀ ਮੈਂ ਗੌਲਾ ਪੀ ਜਾਂਦਾ। इस गांव के अच्छे पढ़े लिखे व्यक्ति हुए हैं। इनमें एक विंग कमांडर इंद्र सिंह बुट्टर हुआ और एक आज डिप्टी डायरेक्टर हेल्थ बलजीत कौर है जो कि मौजूदा अपने नौकरी कर रही है। इस तो अलावा एजुकेशन डिपार्टमेंट में भी 3-4 व्यक्ति जिसमें कुलवंत सिंह, ज्ञानी कृपाल सिंह और मास्टर सरबरिंदर सिंह और एक दरबारा सिंह जिड़ा वो पंचायत अफसर भी यहाँ रिटायर हुए हैं। इसलिए ये गांव के कुछ व्यक्ति फ़ौज में भी भर्ती हुए हैं तो एक कर्नल भी इस गांव का हुआ है। इसलिए ये गांव पढ़े लिखे आबादी वाला है और अच्छी सोच वाले लोग यहाँ रहते हैं। ਸਰਦਾਰ ਰਤਨ ਸਿੰਘ ਦੇ 8 ਸੁਪੁੱਤਰ ਸਨ। ਇੱਕ ਲੜਕੀ ਸੀ ਜੋ ਕਿ 2 ਸਭਰਾਵਾਂ ਵਾਲੀ ਜੰਗ 'ਚ ਸ਼ਾਮਸੂ ਟਾਰੀ ਵਾਲਿਆਂ ਨਾਲ ਸ਼ਹੀਦ ਹੋ ਗਏ। 2 ਚੇਲੇ ਵਾਲੀ ਜੰਗ 'ਚ ਸ਼ਹੀਦ ਹੋ ਗਏ। ਬਾਕੀ 4 ਜਿਹੜੇ ਸੀ ਉਹਨਾਂ ਵਿੱਚੋਂ 2 ਬਾਬਿਆਂ ਦੀ ਜਿਹੜੀ ਜਾਇਦਾਦ ਸਾਡੇ ਕੋਲ ਆ ਜੋ ਕਿ ਤਾਲ ਮਹਿਲ ਕੋ ਪਾਕਿਸਤਾਨ 'ਚ ਰਹਿ ਗਈ ਆ ਤੇ 2 ਦੀ ਜਿੰਨੇ ਪੁੱਟਰ ਖਾਨਦਾਨ ਨੇ ਸੁੱਗਾ ਬੈਂਕਾ ਖੋਜਾ ਪੱਤਾ 4 ਪਿੰਡ ਬਾਬੇ ਤਾਰਾ ਹੋਣੀ ਵਾਂ ਵਾਲੇ ਜੋ ਮੁਗਲ ਸਰਕਾਰ ਵੇਲੇ ਸ਼ਹੀਦ ਹੋ ਗਏ ਉਹ ਵੀ ਪੁੱਟਰ ਖਾਨਦਾਨ ਸਾਡੇ ਵਿੱਚੋਂ ਹੀ ਆ। ਇਹ ਚਾਹੁੰਦੀ ਹੀ ਅਣਸਿਆ ਜਾਇਦਾਦ ਆ ਉਹ ਸਾਡੇ ਪਿਓ ਦਾ ਚਾਚਾ ਸੁਰਜਨ ਸਿੰਘ ਤੇ ਸੂਰ ਸਿੰਘ ਭਰਾ ਸੀ। 2 ਬਾਬੇ ਜਾਇਦਾਦ ਸਾਡੇ ਕੋਲ ਆ ਗਈ ਕਿਉਂਕਿ ਔਲਾਦ ਦੀ ਘਾਟ ਸੀ ਜਾਇਦਾਦ ਤਾਂ ਸਾਡੇ ਕੋਲ ਜ਼ਿਆਦੀ ਅੱਛਾ ਤੇ 2 ਦੀ ਬਾਕੀ ਪਿੰਡ ਸਾਰੇ ਬੁੱਟ ਰਹੇ। ਹੁਣ ਤੁਸੀਂ ਇਸ ਵੇਲੇ ਕਿੰਨੇ ਭਰਾ ਇੱਥੇ ਮੌਜੂਦ? ਇਸ ਵੇਲੇ ਅਸੀਂ 4 ਭਰਾ। ਨਾਂ ਦੱਸ। ਵੱਡੇ ਦਾ ਨਾਮ ਸਰਦਾਰ ਜੀਵਾ ਸਿੰਘ ਬੁੱਟਰ ਜੋ ਕਿ ਉਹਦੀ ਡੈਥ ਹੋ ਚੁੱਕੀ ਆ। ਉਸ ਤੋਂ ਛੋਟਾ ਮੈਂ ਲਖਵਿੰਦਰ ਸਿੰਘ ਬੁੱਟਰ, ਦਲਜੀਤ ਸਿੰਘ ਬੁੱਟਰ, ਭਗਵੰਤ ਸਿੰਘ ਬੁੱਟਰ। ਇੱਕ ਸਾਡੀ ਸਿਸਟਰ ਆ
ਜਾਣੀ ਕਿ 4 ਸਿਸਟਰਾਂ ਸਾਡੀਆਂ, 4 ਭਰਾ ਹੈ। ਬੈਂਕਾ, ਸੁੱਗਾ, ਖੋਜਾ ਪਤਾ, ਸੂਰਵਿੰਡ, ਤਪਾ, ਵੇਗੇਪੁਰ, ਝਾੜ ਸਾਹਿਬ, ਕਮਾਲਪੁਰ, ਪੱਧਰੀ, ਤਤਲੇ, ਬਲੇਰ ਦੀ ਵਿਰਾਸਤ ਜੋ ਸਾਡੇ ਕੋਲ ਮੌਜੂਦ ਆ। ਬਾਕੀ ਸਾਡੀ ਜਾਇਦਾਦ 12 ਖੂਹ ਲਾਹੌਰ ਰਹਿ ਗਏ, 900 ਕਿੱਲਾ ਗੁਜਰਾਂਵਾਲੇ ਜ਼ਿਲ੍ਹੇ 'ਚ ਰਹਿ ਗਏ, ਜੋ ਕਿ ਉਹਦਾ ਸਾਨੂੰ ਸਰਕਾਰ ਵੱਲੋਂ ਕੋਈ ਨਹੀਂ ਮਿਲਿਆ। But if I lay down and I play dead and I stay dead, maybe you'll get sick of being the monster out of my head, under my bed. Think you're something out of my nightmares, standing right there. But if I lay down and I play dead and I stay dead, then will you get bored of killing me? Silhouettes of you are like a taunt. Never really know just what you want. With you I don't ever feel calm. I can feel the sweat inside my palms. Play with me like cats and a string. You don't understand the pain it brings. You don't ever wanna give me wings. You don't ever wanna set me free. You know I'm addicted to you, and it's twisted, you've been gifted with the evil voodoo. Got me coming back for more, even when I've been screwed. Dolls full of pins, pierce my heart straight through. I got issues in my head, I like you in my bed, but you keep me on red. Oh, everything is like a test, I better not text or I'll come off desperate. But if I lay down and I play dead and I stay dead, baby you'll get sick of being the monster out of my head, under my bed. Think you're something out of my nightmares, standing right there. But if I lay down and I play dead and I stay dead, then will you get bored of killing? ਕੱਛੇ ਹੁੰਦੇ ਸੀ, ਜੇ ਬਣਾਣਾ ਹੁੰਦੀਆਂ ਸੀ ਤੇ ਪੈਰਾਂ ਨੂੰ ਨੰਗੇ ਪੋਹ ਮਾਰਦੇ ਨਾਲ ਕਣਕ ਗੋਡੀ ਦੀ ਸੀ ਤੇ ਮੁੜ ਕੇ ਤੇ ਬਾਲਟੀ ਲੱਸੀ ਜਿਹੜੀ ਅਸੀਂ ਪੀਂਦੇ ਹੈ ਨਾ, ਉਹਦਾ ਸਾਨੂੰ ਪਤਾ ਨਾ ਵੀ ਕਿੱਧਰ ਦੀ ਜਾਂਦੀ ਤੇ ਕਿੱਧਰ ਨੂੰ ਆਉਂਦੀ ਹੈ। ਤੇ ਹੁਣ ਕੋਈ ਭਾਈਆ ਲੱਸੀ ਵੀ ਪੀ ਸਕਦਾ? ਹਾਂ, ਨਹੀਂ ਪੀ ਸਕਦਾ। ਟੱਟੀਆਂ ਲੱਗ ਜਾਂਦੀਆਂ। 2 ਬੰਦੇ ਕਿੰਨਾ ਕਣਕ ਦਾ ਕੱਢ ਦਿੰਦੇ ਆ। ਤੇ ਕਣਕ ਇਸ ਤਰ੍ਹਾਂ ਗੋੜਦੇ ਹਨ ਜਿਵੇਂ ਆ ਹੁਣ ਮਸ਼ੀਨ ਜੀ ਤੁਰੀ ਫਿਰਦੀ ਹੈ ਨਾ, ਇਹ ਤਾਂ ਘਸੀਏ ਸਾਡੇ ਹੱਥ ਤੁਰੇ ਜਾਂਦੇ ਸਹੀ ਸਹੀ। ਕੱਲਾ ਮੇਰਾ ਬੱਚਾ ਹੀ ਕੈਂਸਰ ਹੋ ਗਈ ਸੀ, ਸਾਰੇ ਪਿੰਡ ਨੇ ਮੇਰੀ ਇੰਨੀ ਮਦਦ ਕੀਤੀ ਆ, ਹਿਸਾਬ ਤੇ ਲੇਖਾ ਹੀ ਕੋਈ ਨਹੀਂਗਾ। ਇਹੋ ਜਿਹੀਆਂ ਗੱਲਾਂ ਦੱਸਣ ਵਾਲੀਆਂ ਤੇ ਬਹੁਤ ਜ਼ਿਆਦਾ ਕਿਰਪਾ ਮਾਲਕ ਦੀ, ਸਾਰੇ ਪਿੰਡ ਨਗਰ ਨੇ ਮੇਰੀ ਬੜੀ ਜ਼ਿਆਦਾ ਮਦਦ ਕੀਤੀ ਭਾਜੀ। ਪੁੱਛ ਪੌਣੇ 3 ਲੱਖ ਰੁਪਏ ਹਰਦਿਆਲ ਸਿੰਘ ਨੇ ਮੇਰੇ ਘਰ ਘੱਲਿਆ ਸੀ। ਅੱਛਾ, ਤੁਸੀਂ ਉਹਦੇ ਪਾਪਾ ਜੀ? ਹਾਂ, ਸਿਮਰਤਪਾਲ ਸਿੰਘ ਦੇ। ਹਾਂ, ਪਤਾ ਲੱਗਾ ਸੀ। ਹਾਂ, ਤੇ ਪੌਣੇ 3 ਲੱਖ ਹਰਦਿਆਲ ਦੇ ਮੇਰੇ ਘਰ ਕੱਲੇ ਨੇ ਘੱਲਿਆ ਜੱਟ ਨੇ। ਅੱਜ ਪਿੱਛੇ ਸੁਣਦਾ ਜੱਟ ਦਾ ਹੁਣ 65,000 ਦੀ ਕੁੜੀ ਦਾ ਵਿਆਹ ਤੇ 65,000 ਸਮਾਨ ਫੇਰ ਭੇਜਿਆ ਮੇਰੇ ਘਰ ਉਹਨੇ। 2 ਲੱਖ ਰੁਪਏ ਮੁੰਡੇ ਦੇ ਘੱਲਿਆ ਮੇਰੇ। ਤੇ ਚਲੋ ਉਹਦੇ ਮਹਾਰਾਜ ਜੀ ਪਾਚਾ ਕਿਰਪਾ ਕਰੇ ਜੱਟ ਦੀ। ਸਾਡੇ ਪਰਿਵਾਰਾਂ ਦੇ ਵਿੱਚੋਂ ਜਾਂ ਸਾਡੇ ਇਸ ਸੁੱਗੇ ਪਿੰਡ ਦੇ ਵਿੱਚੋਂ ਪਾਕਿਸਤਾਨ ਵਿੱਚ ਰਹਿ ਰਹੇ ਆ ਬੁੱਟਰ ਪਰਿਵਾਰ। ਅੱਛਾ, ਉਹਨਾਂ ਦੀ ਗੱਲਬਾਤ ਸੁੱਗੇ ਵਿੱਚ ਹੁੰਦੀ ਰਹਿੰਦੀ ਆ। ਦੇ ਵਿੱਚ ਉੱਠ ਕੇ ਗਏ ਸੀ ਤੇ ਉਹ ਮੈਂ ਕਿਹਾ ਵੀ ਮਤਲਬ ਉਹਨਾਂ ਦਾ ਫੋਨ ਵੀ ਇਸ ਤਰ੍ਹਾਂ ਗੁਰਬਖਸ਼ ਹੋਰਾਂ ਨੂੰ ਆਉਂਦਾ ਰਹਿੰਦਾ ਏ, ਤੇ ਮੈਂ ਕਿਹਾ ਮੈਂ ਭਾਜੀ ਹੋਰਾਂ ਨੂੰ ਪੁੱਛ ਕੇ ਦੱਸਦੀ ਹਾਂ ਵੀ ਉਹ ਕਿੱਥੇ ਕਿਹੜੇ ਪਿੰਡ ਵਿੱਚ ਰਹਿ ਰਹੇ ਆ, ਵੀ ਉਹ ਮਲਤਾਨ ਵਿੱਚ ਰਹਿ ਰਹੇ ਆ। ਕੀ ਅੱਛਾ, ਮਲਤਾਨ ਦੇ ਲਾਗੇ 2-3 ਕਿਲੋਮੀਟਰ ਆ। ਤੇ ਕੀ ਨਾਂ ਉਹਨਾਂ ਮੁੰਡਿਆਂ ਦਾ, ਕੀ ਨਾਂ ਹੈ? ਉਹ ਉਮਰ ਦਾ ਫੋਨ ਉਹਦੇ ਡੈਡੀ ਫਾਦਰ ਦਾ ਨਾਂ ਕੀ? ਆ ਫੇਸਬੁੱਕ ਤੇ ਵਰਲਡ ਚ ਕਰ ਚੱਲ ਇੱਥੇ ਸੁੱਗੇ ਵਿੱਚ, ਸੁੱਗੇ ਦੇ ਵਿੱਚ ਜੱਦੀ ਨੰਬਰਦਾਰੀ ਸੀ ਉਮਰ ਦੇ ਦਾਦੇ ਦੀ। ਅੱਛਾ। ਤੇ ਮੁੜ ਕੇ ਜਦੋਂ ਉਹ ਨਿਕਲ ਕੇ ਗਏ ਸੀ ਤੇ ਉਹ ਮਤਲਬ ਸਹੀ ਸਲਾਮਤ ਹੀ ਪਾਕਿਸਤਾਨ ਪਹੁੰਚ ਗਏ ਸੀ ਕਿ ਜਾਂ ਉਹਨਾਂ ਨੂੰ ਕੋਈ ਅੜਚਣ ਹੈ? ਹਾਂ, ਆਪਣੇ ਬਜ਼ੁਰਗਾਂ ਨੇ ਉਹਨਾਂ ਨੂੰ ਮਤਲਬ ਅੱਛਾ ਖਾਲੜੇ ਤੱਕ ਉਹਨਾਂ ਨੂੰ ਪਹੁੰਚਾ ਕੇ ਆਏ ਸੀ ਆਪਣੇ ਬਜ਼ੁਰਗ। ਠੀਕ ਆ। ਚੌਧਰੀ ਤੇ ਨੇ ਸਾਡੇ ਪਿਓ ਨੂੰ ਸਾਕ ਕਰਾਇਆ ਇਹਨਾਂ ਨੇ ਸੂਰੂ ਨੂੰ। ਅੱਛਾ, ਭਿੱਖੀ ਵੰਡੇ ਇਹਨਾਂ ਨੂੰ ਬੰਦੇ ਪੈ ਗਏ ਮਾਰਨ ਵਾਸਤੇ। ਫਿਰ ਇਹਨਾਂ ਨੂੰ ਭਾਜੀ ਖਾਲੜੇ ਪਹੁੰਚਾ ਕੇ ਆਏ ਸੀ, ਇਹਨਾਂ ਨੂੰ ਬੰਦੇ ਮਾਰਨ ਪੈ ਗਏ ਸੀ ਤੇ ਖਾਲੜੇ ਪਹੁੰਚਾ ਕੇ ਆਏ ਸੁੱਗੇ ਦੇ।
ਕੈਂਪ 'ਚ ਛੱਡ ਕੇ ਆਏ ਸੀ। ਠੀਕ ਆ। ਇਹ ਨਾ ਸੁੱਕੇ ਪਿੰਡ ਦਾ ਇੱਕ ਚੌਧਰੀ ਤੈਤ ਹੋਇਆ। ਉਹ ਜਿਹੜਾ ਚੌਧਰੀ ਤੈਤ ਸੀ ਨੰਬਰਦਾਰ ਸੀ, ਜੋ ਕਿ ਦੇਸ਼ ਦੀ ਵੰਡ ਤੋਂ ਬਾਅਦ ਇੱਧਰੋਂ ਚਲੇ ਗਏ। ਲਾਖਣਾ ਪਿੰਡ ਹੈ ਪਾਕਿਸਤਾਨ 'ਚ। ਅੱਛਾ, ਲਾਖਣਾ। ਹਾਂ। ਤੇ ਉੱਥੋਂ ਉੱਠ ਕੇ ਸਾਡੇ ਇੱਥੇ ਸੁੱਕੇ ਪੈ ਗਏ। ਇਹ ਚੌਧਰੀ ਤੈਤ ਹੋਣੀ ਨੰਬਰਦਾਰ ਤੌਰ ਤੇ ਉੱਥੇ ਲਾਖਣੇ ਪਿੰਡ ਚਲੇ ਗਏ, ਜੋ ਜ਼ਿਲ੍ਹਾ ਕਸੂਰ 'ਚ ਪਿੰਡ ਆ। ਤੇ ਉਹ ਜਿਹੜੇ ਚੌਧਰੀ ਤੈਤ ਹੋਣੀ, ਉਹ 4 ਭਰਾ ਸੀ, ਉਹਨਾਂ ਦੀ ਅਣਸਬੰਧ ਹੈਗੀ ਆ, ਜੋ ਕਿ ਉਹਨਾਂ ਦਾ ਇੱਕ ਭਰਾ ਨਿਧਾਨ ਹਨ। ਉਹਨਾਂ ਦਾ ਪਰਿਵਾਰ ਲਾਹੌਰ ਵੀ ਰਹਿੰਦਾ, ਤੇ ਬਾਕੀ ਉਹਨਾਂ ਦੀ ਹੈਗੀ ਆ ਰਾਵਲਪਿੰਡੀ ਦੁਕਾਨ ਵਗੈਰਾ ਬਿਜ਼ਨਸ ਹੈ। ਅੱਛਾ। ਸੁੱਗੇ ਪਿੰਡ ਦੇ ਭਗਵਾਨਪੁਰ ਪਿੰਡ ਦਾ ਹੈਗਾ ਇਹ ਆਪਣਾ ਉਹੀ ਸ਼ਿਵ ਸਿੰਘ ਸਰਦਾਰ ਸੀ, ਜੋ ਕਿ ਭਗਵਾਨਪੁਰ ਪਿੰਡ ਦਾ ਹੈ। ਉਹ ਸੁੱਗਾ ਭਗਵਾਨਪੁਰਾ ਇਕੱਠਾ ਹੋਣ ਦੇ ਬਾਵਜੂਦ ਉਹਨੇ ਮੁਸਲਮਾਨੀ ਨਾਲ ਵਿਆਹ ਕਰਾ ਲਿਆ, ਜੋ ਕਿ ਉਹ ਇੱਥੋਂ ਜਾਇਦਾਦ ਛੱਡ ਕੇ ਪਾਕਿਸਤਾਨ ਚਲੇ ਗਏ। ਉਹਦੇ ਮੁੰਡੇ ਦਾ ਨੰਬਰਦਾਰ ਵਗੈਰਾ ਹੈ। ਹੁਣ ਇਹ ਨਹੀਂ ਪਤਾ ਵੀ ਪਾਕਿਸਤਾਨ 'ਚ ਉਹ ਲਾਹੌਰ ਲਾਗੇ ਕਿਹੜਾ ਪਿੰਡ ਹੈ ਕਿਹੜਾ ਨਹੀਂ, ਜੋ ਕਿ ਜੱਦੀ ਪਿੰਡ ਉਹਨਾਂ ਦਾ ਭਗਵਾਨਪੁਰਾ ਹੈ। ਸ਼ਿਵ ਸਿੰਘ ਤੋਂ ਨਾਮ ਮੁੜ ਕੇ ਉਹਦਾ ਸ਼ਿਵਦਊ ਰੱਖਿਆ ਗਿਆ। ਅੱਛਾ, ਫਿਰ ਉਹ ਮੁਸਲਮਾਨ ਇਸਲਾਮ ਕਬੂਲ ਕਰ ਲਿਆ। ਉਧਰ ਉੱਠ ਕੇ ਮੁੜ ਕੇ ਇੱਧਰ ਆ ਗਏ ਲੋਕ। ਉਹ ਬੜੇ ਜੰਗ ਮੁੰਡੇ ਆ ਭਾਜੀ, ਉਹ ਬੜਾ ਪਿਆਰ ਕਰਦੇ ਆ ਇੱਥੇ ਸੁੱਗੇ ਪਰ ਨਾਲ। ਉਹ ਸਾਰੇ ਉਹਨਾਂ ਦੇ ਦਾਦਿਆਂ ਪੜਦਾਦਿਆਂ ਨੇ ਦੱਸਿਆ ਹੈ ਕਿ ਇਸ ਤਰ੍ਹਾਂ ਅਸੀਂ ਸੁੱਗੇ ਦੇ ਵਿੱਚ ਰਹਿੰਦੇ ਹੁੰਦੇ ਹਾਂ, ਕਿਸ ਤਰ੍ਹਾਂ ਉੱਥੋਂ ਹੀ ਉੱਠ ਕੇ ਮੁੜ ਕੇ ਸਾਨੂੰ ਇੱਥੇ ਗਏ, ਸੁੱਗੇ ਦੇ ਸਰਦਾਰਾਂ ਨੇ ਸਾਨੂੰ ਬਚਾਇਆ। ਹਾਂ, ਹਾਂਜੀ। ਤੇ ਅਸੀਂ ਮਤਲਬ ਪਾਕਿਸਤਾਨ ਪਹੁੰਚੇ। ਅੱਜ ਵਿਸ਼ੇਸ਼ ਸਨਮਾਨ ਹੋਇਆ ਪਿੰਡ ਮਾਲੂਵਾਲ ਸੰਤਾ ਤੋਂ। ਇਹ ਵੀ ਵਿਸ਼ੇਸ਼ ਸਨਮਾਨ ਹੈ। ਉਹ ਆਸਲਪੁਰੇ ਤੋਂ ਵਿਨ ਕੀਤਾ ਸਾਡੇ ਪ੍ਰਾਈਜ਼, ਉਹ ਪੱਧਰੀ ਕਲਾਂ ਤੋਂ ਵਿਨ ਕੀਤਾ ਕਬੂਤਰਬਾਜੀ ਦੇ ਵਿੱਚ। ਕਬੂਤਰਬਾਜੀ ਦਾ। ਹਾਂਜੀ, ਬਹੁਤ ਵਧੀਆ। ਕਦੋਂ ਤੋਂ ਸ਼ੌਂਕ? ਬਚਪਨ ਤੋਂ ਹੀ। ਬਚਪਨ ਤੋਂ ਹੀ ਆਪਣੇ ਸੁੱਗੇ 'ਚ ਵਾਵਾ ਕਬੂਤਰਬਾਜੀ ਦੇ? ਹਾਂਜੀ, ਕਾਫੀ ਹੈ ਜੀ। ਹੈਨਾ? ਤੁਹਾਨੂੰ ਦੱਸਿਆ ਵੀ ਹੁਣ ਕਰਾਉਣੀ ਆ ਬਾਜੀ। ਹੁਣ ਜਿੱਦਣ ਵੀਜ਼ਾ ਆ ਗਿਆ ਉਦੋਂ ਬਾਜੀ ਆਪਾਂ ਕਰਾ ਕੇ ਇੱਕ ਤੇ ਮੁੜ ਕੇ ਚਲ ਜਾਣਾ ਬਾਹਰ ਆਪਾਂ। ਫਿਰ ਬਾਹਰੋਂ ਇੱਕ ਕਰਾਵਾਂਗੇ ਵੱਡੀ ਬਾਜੀ ਪਿੰਡ ਦੇ ਟੌਪ ਤੇ, ਜਿੱਦਾਂ ਮਾਲਵੇ 'ਚ ਬਾਜੀ ਹੁੰਦੀਆਂ ਵੱਡੇ ਨਾਮ देवांगे आप घरों देवांगे आपके। ठीक है। हाँ जी। पिछले कुछ एपिसोड्स में आपने कुछ गांवों के दर्शन किए, गांवों की सैर हमने करवाई द ब्राउन सरदार में। तो हमारे कुछ दर्शकों ने कमेंट में कहा था कि आप अगर गांव में जाते हैं, पंजाब के गांवों की जो लस्सी होती है चाटी की, उसको कैसे वो उसका मंथन करते हैं, कैसे लस्सी बनाते हैं, कैसे मक्खन निकाला जाता है, तो वो भी हमें दिखाएं। तो आज इसीलिए हम, क्योंकि गांव सुग्गा में जो एपिसोड है हम कर रहे हैं, तो गांव सुग्गा में सरदार सरबिंदर सिंह के घर पर हैं और उनके जो इस चौके में हम बैठे हैं, तो वहाँ हम लस्सी का मंथन करेंगे और उसमें से मक्खन निकालेंगे और लस्सी को आपके सामने हम पिएंगे भी और आपसे आग्रह भी करेंगे कि आप भी अगर पंजाब आएँ तो पंजाब की जो चाटी की लस्सी है वो ज़रूर पिएं और ये जो लस्सी में से मक्खन निकालते हैं हम, वो भी चख कर देखें। ये देखिए, क्योंकि लस्सी को हमने उसका मंथन कर लिया और उसके बाद ये जो लस्सी है चाटी में है और उससे मक्खन जो है वो हमने निकाल लिया और ये लस्सी हम अब पिएंगे और ये मक्खन, उसके बाद मक्खन से घी बनता है इसको गर्म करके। तो ये प्रोसेस घी बनाने का सरदार सरबिंदर सिंह और उनके मिसिज ये सेवा कर रहे हैं लस्सी की। ये देखिए, और इसको कहते हैं चाटी। अब हम लस्सी पिएंगे। अब तो खा दी लस्सी। क्या बात है, बहुत स्वादिष्ट ये चाटी की लस्सी है और हम तो एंजॉय कर रहे हैं। आप भी जब पंजाब में आए तो ये लस्सी ज़रूर पी के जाना। सरदार सरबिंदर सिंह ने अपने घर में ये जो घर बनाया है, ये गांव का एक मॉडल है, एक कच्चे घर का मॉडल है, जैसे पंजाब के गांव हुआ करते थे। तो ये ऐसे हुआ करते थे। गांव का ये जो मेन एंट्रेंस है, इसमें से एंटर होके
तो ये है गांव का घर। ऐसे घर हुआ करते थे पंजाब के गांव किसी शहर से कम नहीं है। ये देखिए, कोई कह नहीं सकता कि ये घर किसी पंजाब के गांव का है।